ਆਪਣਾ ਜ਼ਿੰਦਗੀ ਦਾ ਜ਼ਿਆਦਾ ਟਾਈਮ ਉਹਨੇ ਬੰਦੂਕ ਨਾਲ ਨਹੀਂ ਕਿਤਾਬ ਨਾਲ ਕੱਢਿਆ ਭਗਤ ਸਿੰਘ। ਤਕਰੀਬਨ 250 ਕਿਤਾਬ ਭਗਤ ਸਿੰਘ ਪੜ੍ਹ ਚੁੱਕਿਆ ਸੀਗਾ ਤੇ ਜੇਲ੍ਹ 'ਚ ਰਹਿਣ ਵਾਲਾ ਜਿਹੜਾ ਉਹਦਾ ਸਮਾਂ ਦੌਰਾਨ ਸੀ 3-4 ਸਾਲ ਜਦੋਂ ਜੇਲ੍ਹ 'ਚ ਰਿਹਾ 300 ਕਿਤਾਬ ਉਹਨੇ ਉੱਥੇ ਪੜ੍ਹ ਲਈ ਸੀ। ਜੇਲ੍ਹ 'ਚ ਉਹਨੇ 90 ਦਿਨ ਦਾ ਜਿਹੜਾ ਆਪਣਾ ਫਾਸਟ ਰੱਖਿਆ ਸੀਗਾ, ਭੁੱਖ ਹੜਤਾਲ ਕੀਤੀ ਸੀਗੀ, ਉਹ ਸਿਰਫ ਕਿਤਾਬਾਂ ਲਈਓ ਕੀਤੀ ਸੀ। ਤੇ ਹੁਣ ਉਹਦੀਆਂ ਜਿੰਨੀਆਂ ਫੋਟੋਆਂ ਨੇ, ਭਾਵੇਂ ਮੈਂ ਆਪਣੇ ਘਰ ਦੀ ਵੀ ਗੱਲ ਕਰਦਾ, ਸਾਡੇ ਘਰੇ ਵੀ ਜਿਹੜੀ ਫੋਟੋ ਲੱਗੀ ਹੋਈ ਆ ਉਹ ਬੰਦੂਕ ਨਾਲ ਹੀ ਲੱਗੀ ਹੋਈ ਆ। ਸਭ ਚੀਜ਼ਾਂ ਫ੍ਰੀ ਕੀਤੀਆਂ ਜਾਂਦੀਆਂ ਨੇ, ਨਿਆਣਿਆਂ ਨੂੰ ਸਾਈਕਲ ਫ੍ਰੀ ਵੰਡ ਦਿਓ, ਨਿਆਣਿਆਂ ਨੂੰ ਮਿਡ ਡੇ ਮੀਲ ਦੇ ਦਿਓ, ਕੋਈ ਨਹੀਂ ਕਹਿੰਦਾ ਵੀ ਨਿਆਣਿਆਂ ਨੂੰ ਕਿਤਾਬਾਂ ਫ੍ਰੀ ਦਿਓ। ਤੇ ਉਹਨਾਂ ਨੇ ਇਹ ਵੀ ਪੁੱਛਿਆ ਵੀ ਜਾਂਦੀ ਵਾਰੀ ਕੋਈ ਵਤਨ ਨੂੰ ਸੰਦੇਸ਼, ਉਹਨੇ ਕਿਹਾ ਬਸ ਵੀ ਇਨਕਲਾਬ ਜਿੰਦਾਬਾਦ, ਸਾਮਰਾਜਯਵਾਦ ਮੁਰਦਾਬਾਦ। ਉਹਨੂੰ ਪਤਾ ਸੀ ਵੀ ਇੱਥੇ ਅਖੀਰ ਹੈ ਮੇਰਾ, ਪਰ ਉਹ ਬੰਦੇ ਨੂੰ ਪਤਾ ਵੀ ਮੇਰਾ ਅਖੀਰ ਆ ਗਿਆ। ਉਸ ਟਾਈਮ ਵੀ ਬੰਦਾ ਪੜ੍ਹ ਰਿਹਾ। ਜੋ ਹੁਣ ਸਾਡੇ ਕੋਲ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਤਾਂ ਬੜਾ ਕੁਝ ਲੁਕੋਇਆ ਗਿਆ ਆ, ਬਹੁਤ ਕੁਝ ਲੁਕੋਇਆ ਗਿਆ ਜੀ। ਆਪਾਂ ਹੁਣ ਜਿੱਦਾਂ ਕਰਤਾਰ ਸਿੰਘ ਸਰਾਭੇ ਉਹਨਾਂ ਦੀ ਗੱਲ ਕਰਦੇ ਆ, ਕਰਤਾਰ ਸਿੰਘ ਸਰਾਭੇ ਨੂੰ ਤਾਂ ਉਹਨਾਂ ਦਾ ਬਣਦਾ ਹੱਕ ਮਿਲੇ। ਫਿਲਮਾਂ 'ਚ ਦੇਖਿਆ, ਅਜੇ ਦੇਵਗਨ ਨੂੰ ਦੇਖ ਲਿਆ, ਬਾਹੁਬਲੀ ਦਿਓਲ ਨੂੰ ਦੇਖ ਲਿਆ, ਹਨਾ, ਤੇ ਆਪਾਂ ਗਾਣੇ ਸੁਣ ਲਏ, ਗੀਤ ਸੁਣ ਲਏ ਭਗਤ ਸਿੰਘ ਦੇ। ਸਾਡਾ ਵੀ ਉਹੀ ਸੀਗਾ ਵੀ ਉਦਾਂ ਦਾ ਆਈਡੀਆ ਲੱਗਦਾ ਸੀਗਾ ਵੀ ਯਾਰ ਗੱਭਰੂ ਜਵਾਨ ਮੁੰਡਾ, ਹਨਾ, ਵੀ ਮੁੱਛਾਂ ਖੜੀਆਂ ਨੇ, ਹਨਾ, ਅੱਖਾਂ 'ਚ ਗਰੂਰ ਹੈ। ਜਿਹੜੇ ਆਪਣੇ ਉਸ ਟਾਈਮ ਦੇ ਕ੍ਰਾਂਤੀਕਾਰੀ ਸੀਗੇ ਸਚਿੰਦਰ ਨਾਥ ਸਨਿਆਲ, ਉਹਨਾਂ ਦੀ ਜੀਵਨੀ ਉਹਨੂੰ ਇੰਗਲਿਸ਼ ਤੋਂ ਪੰਜਾਬੀ 'ਚ ਲਿਖਦਾ। ਉਹ ਤੋਂ ਬਾਅਦ ਇੱਕ ਆਪਣੇ ਆਇਰਿਸ਼ ਰੈਵੋਲੂਸ਼ਨਰੀ ਸੀਗੇ ਡੈਨ ਬਰੀਨ, ਤੇ ਉਹਨਾਂ ਦੀ ਉਹਨੂੰ ਹਿੰਦੀ 'ਚ ਕਨਵਰਟ ਕਰਤਾ। ਅੱਛਾ, ਮਤਲਬ ਭਾਸ਼ਾਵਾਂ ਬਹੁਤ ਭਾਸ਼ਾਵਾਂ ਤੁਸੀਂ ਲਾ ਲਓ ਵੀ ਜਿੱਥੇ ਤੱਕ ਮੈਂ ਗਲਤ ਨਹੀਂ ਹੈਗਾ, ਪੰਜਾਬੀ, ਇੰਗਲਿਸ਼, ਹਿੰਦੀ, ਬੰਗਾਲੀ, ਆਇਰਿਸ਼, ਫ੍ਰੈਂਚ, 6 ਭਾਸ਼ਾਵਾਂ ਤਾਂ ਜਿਹੜੇ ਮੇਰੇ ਨੌਲੇਜ 'ਚ ਨੇ, ਜਿਹ 'ਚ ਉਹਨੇ ਲੇਖ ਲਿਖੇ ਵੀ ਹੋਏ ਨੇ। 6 ਤੋਂ ਜ਼ਿਆਦਾ 23 ਸਾਲ ਦੇ ਨੌਜਵਾਨ 6 ਭਾਸ਼ਾਵਾਂ ਦਾ ਆਉਣਾ। ਤੇ ਇਹ ਕਿੱਦਾਂ ਆਇਆ? ਇਹ ਕਿਤਾਬਾਂ, ਕਿੰਨੇ ਕ੍ਰਾਂਤੀਕਾਰੀਆਂ ਦੇ ਕਿੱਸੇ, ਕਿੰਨੇ ਉਹ ਕਰਿਆ। ਗਣੇਸ਼ ਵਿਦਿਆਰਥੀ ਨਹੀਂ, ਫਿਰ ਬਾਅਦ ਚੋਂ ਉਹਨੂੰ ਚੰਦਰ ਸ਼ੇਖਰ ਆਜ਼ਾਦ ਨੂੰ ਬੁਲਾਇਆ ਸੀ ਜਦੋਂ ਫਿਰ ਉਹਨੇ HRA ਜੁਆਇਨ ਕੀਤੀ, ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ। ਉਹ ਤੋਂ ਬਾਅਦ ਉਹਨੇ ਕਿਹਾ ਵੀ ਜੇ ਰੱਬ ਹੀ ਹੈਗਾ, ਫਿਰ ਉਹਨੇ ਇੰਨੀ ਨਫ਼ਰਤ ਕਿਉਂ ਬਣਾਈ? ਇੰਨਾ ਸ਼ੋਸ਼ਣ ਹੋ ਰਿਹਾ ਗਰੀਬਾਂ ਤੇ ਮਜ਼ਦੂਰਾਂ ਤੇ, ਵੀ ਉਹ ਬੈਠਾ ਦੇਖ ਰਿਹਾ, ਵੀ ਉਹਦਾ ਮਨ ਦੁਖੀ ਨਹੀਂ ਹੁੰਦਾ ਵੀ ਮੈਂ ਇਹ ਧਰਤੀ ਬਣਾਈ? ਤੇ ਫਿਰ ਉਹਨੇ ਦੁੱਖ ਬਣਾਏ ਕਿਉਂ ਇਹਨੇ? ਜਦੋਂ ਫਾਂਸੀ ਚੜ੍ਹਨ ਲੱਗਿਆ ਸੀ ਵੀ ਹੁਣ ਤਾਂ ਰੱਬ ਦਾ ਨਾਮ ਲੈ ਲਓ, ਤੇ ਉਹ ਕਹਿੰਦਾ ਵੀ ਪਹਿਲੀ ਗੱਲ ਤਾਂ ਮੰਨਦਾ, ਮੈਂ ਨਹੀਂ ਮੰਨਦਾ ਰੱਬ ਹੈਗਾ। ਨਾਲੇ ਕਹਿੰਦਾ ਵੀ ਜੇ ਰੱਬ ਹੈਗਾ ਤਾਂ ਉਹ ਕਹੂਗਾ ਵੀ ਬਸ ਵੀ ਡੋਲ ਗਿਆ, ਉਰੇ ਤੱਕ ਹੀ ਸੀ, ਵੀ ਨਾ ਮੰਨਣ ਦੀ ਗੱਲ ਉਰੇ ਤੱਕ ਹੀ ਸੀਗੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸੁਰਖਾਬ। ਦੋਸਤੋ, ਬੀਤੇ ਦਿਨੀ ਸਿਆਸਤ ਦੇ ਵਿੱਚ ਇੱਕ ਅਜਿਹਾ ਮੁੱਦਾ ਆਇਆ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਨੌਜਵਾਨ ਖਾਸ ਤੌਰ ਤੇ ਜਾਂ ਭਾਰਤ ਦੇ ਉਹ ਲੋਕ ਜਿਹੜੇ ਆਜ਼ਾਦੀ ਦਾ ਆਨੰਦ ਮਾਣ ਰਹੇ ਨੇ ਇਸ ਵਕਤ, ਉਹ ਸੋਚਣ ਲਈ ਮਜਬੂਰ ਹੋ ਗਏ ਕਿ ਅਸੀਂ ਕਿਸ ਨੂੰ ਦੇਸ਼ ਭਗਤ ਮੰਨੀਏ, ਅਸੀਂ ਕਿਸ ਨੂੰ ਆਪਣਾ ਆਈਡਲ ਮੰਨੀਏ। ਮੈਂ ਜ਼ਿਕਰ ਕਰ ਰਿਹਾ ਹਾਂ ਭਗਤ ਸਿੰਘ ਦੇ ਨਾਮ ਨੂੰ ਲੈ ਕੇ ਜੋ ਸਿਆਸਤ ਹੋਈ। ਕਿਸੇ ਪਾਸਿਓਂ ਭਗਤ ਸਿੰਘ ਨੂੰ ਸ਼ਹੀਦ ਮੰਨਿਆ ਜਾ ਰਿਹਾ, ਕਿਸੇ ਪਾਸਿਓਂ ਕੌਮ ਦਾ ਆਈਡਲ ਮੰਨਿਆ ਜਾ ਰਿਹਾ, ਕਿਸੇ ਪਾਸਿਓਂ ਇਹ ਸ਼ਬਦ ਆਏ ਕਿ ਉਹ ਅੱਤਵਾਦ ਆ। ਹਾਲਾਂਕਿ ਇਸ ਦੇ ਚੱਲਦੇ ਹੋਏ ਨੌਜਵਾਨ ਜੋ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦਾ ਜ਼ਿਕਰ ਕਰਦੇ ਨੇ, ਜਿਹੜੇ ਲੋਕ ਆਈਡਲ ਮੰਨਣ ਦੇ ਜ਼ਿਕਰ ਕਰਦੇ ਨੇ, ਜਿਹੜੇ ਲੋਕ ਪੜ੍ਹਨ ਦਾ ਜ਼ਿਕਰ ਕਰਦੇ ਨੇ, ਤੇ ਉਹ ਜੋ ਅਜਿਹਾ ਹੀ ਸਮਾਜ ਬਣਾਉਣ ਦੀ ਗੱਲ ਕਰਦੇ ਨੇ ਜੋ ਭਗਤ ਸਿੰਘ ਚਾਹੁੰਦਾ ਹੈ, ਉਹ ਜ਼ਰੂਰ ਕਿਤੇ ਨਾ ਕਿਤੇ ਦੋ ਰਾਹਾਂ ਤੇ ਖੜੇ ਹੋ ਗਏ ਕਿ ਕੀ ਸਮਝਿਆ ਜਾਵੇ, ਕਿਸ ਦਿਸ਼ਾ ਵਿੱਚ ਜਾਇਆ ਜਾਵੇ। ਸੋ ਇਸ ਮੁੱਦੇ ਤੇ ਚਾਨਣਾ ਪਾਉਣ ਲਈ, ਖਾਸ ਤੌਰ ਤੇ ਭਗਤ ਸਿੰਘ ਦੇ ਜੀਵਨ ਤੇ ਚਾਨਣਾ ਪਾਉਣ ਲਈ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਸਤਨਾਮ ਸਿੰਘ। ਆਪ ਨੌਜਵਾਨ ਨੇ ਤੇ ਬਹੁਤ ਹੀ ਵਿਸ਼ਾਲ ਤਰੀਕੇ ਦੇ ਨਾਲ ਉਹਨਾਂ ਨੇ ਇਸ ਜਿਹੜਾ ਮੁੱਦਾ ਸੀ ਕਹਿ ਦਈਏ, ਜਾਂ ਇਸ ਜਿਹੜੇ ਮਾਮਲੇ ਦੇ ਵਿੱਚ ਨੌਜਵਾਨ ਜੋ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦੇ ਲਈ ਅੱਜ ਬਹੁਤ ਸਾਰੇ ਸਵਾਲ ਤੇ ਜਵਾਬ ਉਹਨਾਂ ਕੋਲ ਨੇ। ਸਵਾਗਤ ਹੈ ਜੀ ਸਤਨਾਮ ਜੀ। ਸਤਿ ਸ਼੍ਰੀ ਅਕਾਲ। ਸੋ ਸਤਨਾਮ ਜੀ, ਭਗਤ ਸਿੰਘ, ਜੇਕਰ ਅਸੀਂ ਇੱਕ ਧਾਰਨਾ ਕਹਿ ਦਈਏ ਜਾਂ ਅਸੀਂ ਇੱਕ ਦੇਖਿਆ ਜਾਵੇ, ਭਗਤ ਸਿੰਘ 23 ਸਾਲ ਦਾ ਉਹ ਨੌਜਵਾਨ ਜਿਸਨੇ ਜ਼ਾਲਮਾਂ ਦੀ ਜੜ ਪੱਟੀ, ਜਿਸਨੇ ਆਜ਼ਾਦੀ ਦੀ ਲੜਾਈ ਲੜੀ, ਪਰ ਇਸ ਸਮੇਂ ਕਿਤੇ ਨਾ ਕਿਤੇ ਨੌਜਵਾਨ ਦੇ ਦਿਲਾਂ 'ਚ ਇਹ ਜ਼ਰੂਰ ਪੈਦਾ ਹੋ ਗਿਆ ਕਿ ਭਗਤ ਸਿੰਘ ਆਈਡਲ ਮੰਨਿਆ ਜਾਵੇ ਜਾਂ ਨਾ ਮੰਨਿਆ ਜਾਵੇ। ਬਿਲਕੁਲ ਸਹੀ ਗੱਲ ਹੈ ਜੀ। ਆਪਾਂ ਨੂੰ ਹਰੇਕ ਚੀਜ਼ ਤੇ ਮਤਲਬ ਕਿ ਤਰਕ ਕਰਨ ਦਾ ਸਭ ਨੂੰ ਹੱਕ ਹੈ, ਭਾਵੇਂ ਉਹ ਚੰਗਾ ਹੈ ਮਾੜਾ ਹੈ, ਇਹ ਸਭ ਨੂੰ ਤਰਕ ਕਰਨ ਦਾ ਹੱਕ ਹੈਗਾ। ਇਹ ਸਵਾਲ ਮਨ 'ਚ ਆਉਣਾ ਜਾਇਜ਼ ਹੈ ਵੀ ਉਹ ਚੰਗਾ ਸੀ ਜਾਂ ਮਾੜਾ ਸੀ, ਉਹਦੇ ਆਪਾਂ ਵਿਚਾਰਾਂ 'ਤੇ ਚੱਲੀਏ ਜਾਂ ਨਾ ਚੱਲੀਏ। ਪਰ ਇਹ ਵਿਚਾਰਾਂ 'ਤੇ ਚੱਲਣ ਲਈ ਜਾਂ ਨਾ ਚੱਲਣ ਲਈ ਉਹਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ, ਭਾਵੇਂ ਜਿਹੜੇ ਬੰਦੇ ਉਹਦੇ ਵਿਰੋਧ 'ਚ ਨੇ ਜਾਂ ਉਹਦੇ ਹੱਕ 'ਚ ਨੇ। ਬਿਲਕੁਲ, ਉਹ 'ਚੋਂ ਸਿਰਫ 10% ਲੋਕ ਹੋਣਗੇ ਜਿਨ੍ਹਾਂ ਨੇ ਭਗਤ ਸਿੰਘ ਨੂੰ ਪੜ੍ਹਿਆ ਹੋਏਗਾ। ਮੈਨੂੰ ਲੱਗਦਾ ਇਸ ਮੁੱਦੇ ਤੋਂ ਬਾਅਦ ਵੀ 10% ਹੀ ਨੇ, ਉਹ 10% ਹੀ ਨੇ ਜੀ, ਅੱਗੇ ਵੀ 10 ਹੀ ਰਹਿਣੇ ਨੇ, ਕਿਉਂਕਿ ਲੋਕ ਇਹਨਾਂ ਯਤਨ ਨਹੀਂ ਕਰਦੇ ਹੈ। ਕਿਉਂਕਿ ਭਗਤ ਸਿੰਘ ਨੂੰ ਜਾਣਨਾ ਤੇ ਭਗਤ ਸਿੰਘ ਬਾਰੇ ਜਾਣਨਾ ਦੋ ਅਲੱਗ-ਅਲੱਗ ਚੀਜ਼ਾਂ ਨੇ। ਨੂੰ ਤਾਂ ਸਾਰੇ ਜਾਣਦੇ ਨੇ, ਬਾਰੇ ਜਾਣਨਾ ਬਹੁਤ ਔਖਾ। ਯਾਨੀ ਕਿ ਉਹ ਪਸੰਦ ਕਰਦੇ ਨੇ, ਫੋਲੋ ਨਹੀਂ ਕਰਦੇ ਹੈਗੇ। ਉਹ ਮਤਲਬ ਕਿ ਉਹਦੇ ਬਾਰੇ ਜਾਣਨਾ ਚਾਹੁੰਦੇ ਨਹੀਂ ਹੈਗੇ। ਜਿੰਨਾ ਕਿ ਕਿਤੋਂ ਬਾਹਰੋਂ ਗੱਲਾਂ ਸੁਣ ਲੀਆਂ, 4 ਫੋਟੋਆਂ ਦੇਖ ਲੀਆਂ ਵੀ ਪਿਸਤੌਲ ਫੜੀ ਹੋਈ ਹੈ, ਬੰਬ ਧਮਾਕੇ ਕੀਤੇ ਨੇ, ਜਿੱਦਾਂ ਦਾ ਉਹ ਚਾਹੁੰਦੇ ਆ ਉਹਨੂੰ
ਜਿੱਦਾਂ ਦਾ ਦੇਖਣਾ ਚਾਹੁੰਦੇ ਉਹਨਾਂ ਦੇ ਆਪਣੇ ਮਨ 'ਚ ਹੈ, ਜਿੱਦਾਂ ਦਾ ਅੱਜ ਦਾ ਮਾਹੌਲ ਹੈ ਵੀ ਰੋਹ ਵਾਲਾ ਬੰਦਾ ਹੋਵੇ, ਅਣਖੀ ਹੈ, ਇਹ ਹੈ, ਉਹ ਕਰਨਾ ਚਾਹੁੰਦੇ ਨੇ। ਮਤਲਬ ਉਹਦਾ ਵਿਚਾਰਧਾਰਾ ਕੀ ਸੀ ਉਹਦੇ ਬਾਰੇ ਗੱਲ ਕਰਨ ਦਾ ਕਿਸੇ ਕੋਲ ਨਾ ਟਾਈਮ ਹੈ ਨਾ ਉਹਨੂੰ ਪੜ੍ਹਨ ਦਾ ਟਾਈਮ ਹੈ, ਵਿਵਾਦ ਕਰਨ ਦਾ ਟਾਈਮ ਜ਼ਰੂਰ। ਉਹ ਜਿਹੜੀ ਤੁਸੀਂ ਅਣਖ ਦੀ ਗੱਲ ਕੀਤੀ ਹੈ ਨਾ, ਬਹੁਤ ਸਾਰੀਆਂ ਚੀਜ਼ਾਂ ਤਸਵੀਰਾਂ ਉਹ ਬਣੀਆਂ ਭਗਤ ਸਿੰਘ ਨੂੰ ਅਣਖ ਨਾਲ ਜੋੜਿਆ ਗਿਆ। ਹਾਲਾਂਕਿ ਉਹ ਜਿਹੜੀ ਅਣਖ ਦਿਖਾਈ ਗਈ, ਉਹ ਤਸਵੀਰ ਜਿਹੜੀ ਅਣਖ ਦਿਖਾਈ ਗਈ, ਉਹ ਹਥਿਆਰਬੰਦ ਅਣਖ ਦਿਖਾਈ ਗਈ। ਭਗਤ ਸਿੰਘ ਦਾ ਮਤਲਬ ਕਿ ਜ਼ਿਆਦਾਤਰ ਟਾਈਮ ਨਾ ਕਿਤਾਬਾਂ ਨਾਲ ਨਿਕਲਿਆ। ਆਪਣਾ ਜ਼ਿੰਦਗੀ ਦਾ ਜ਼ਿਆਦਾ ਟਾਈਮ ਉਹਨੇ ਬੰਦੂਕ ਨਾਲ ਨਹੀਂ, ਕਿਤਾਬ ਨਾਲ ਕੱਢਿਆ ਭਗਤ ਸਿੰਘ ਨੇ। ਠੀਕ ਹੈ। ਆਪਣੀ ਜਿਹੜੀ ਉਹਦੀ ਕੈਦ ਸੀਗੀ, ਕੈਦ ਤੋਂ ਪਹਿਲਾਂ ਤਕਰੀਬਨ 250 ਕਿਤਾਬ ਭਗਤ ਸਿੰਘ ਪੜ੍ਹ ਚੁੱਕਿਆ ਸੀਗਾ। ਤੇ ਜੇਲ੍ਹ 'ਚ ਰਹਿਣ ਵਾਲਾ ਜਿਹੜਾ ਉਹਦਾ ਸਮਾਂ ਦੌਰਾਨ ਸੀ 3-4 ਸਾਲ ਜਦੋਂ ਜੇਲ੍ਹ 'ਚ ਰਿਹਾ, 300 ਕਿਤਾਬ ਉਹਨੇ ਉੱਥੇ ਪੜ੍ਹ ਲਈ ਸੀਗੀ। ਕਿਤਾਬ ਔਰ ਬੰਦੂਕ ਉਹਨੇ ਸਿਰਫ 2-3 ਵਾਰ ਚੱਕੀ ਆ। 600 ਕਿਤਾਬਾਂ ਅਸੀਂ ਕਹਿ ਦਈਏ ਪੜ੍ਹ ਚੁੱਕਿਆ ਸੀ। 23 ਸਾਲ ਦਾ ਨੌਜਵਾਨ 600 ਕਿਤਾਬਾਂ ਪੜ੍ਹ ਚੁੱਕਾ ਸੀਗਾ। ਮਤਲਬ ਕਿ ਉਹ ਜਿੱਦਾਂ ਆਪਾਂ ਕਹਿੰਦੇ ਨੇ ਕਿਤਾਬੀ ਕੀੜਾ, ਆਪਾਂ ਸ਼ਬਦ ਯੂਜ਼ ਕਰਦੇ ਹਾਂ ਕਿਤਾਬੀ ਕੀੜਾ, ਉਹ ਕਿਤਾਬੀ ਕੀੜਾ ਸੀਗਾ। ਜਿਹੜੀ ਉਹਨੂੰ ਕਿਤਾਬ ਮਿਲ ਗਈ ਬਸ ਉਹਨੇ ਫਿਰ ਪੜ੍ਹ ਲੈਣੀ ਆ। ਜੇਲ੍ਹ 'ਚ ਉਹਨੇ 90 ਦਿਨ ਦਾ ਜਿਹੜਾ ਆਪਣਾ ਫਾਸਟ ਰੱਖਿਆ ਸੀਗਾ, ਭੁੱਖ ਹੜਤਾਲ ਕੀਤੀ ਸੀਗੀ, ਉਹ ਸਿਰਫ ਕਿਤਾਬਾਂ ਲਈਓ ਕੀਤੀ ਸੀਗੀ। ਦਿਨ ਅੱਗੇ ਪਿੱਛੇ ਹੋਣਗੇ 90, ਮਤਲਬ ਕਿ ਮੈਨੂੰ 90 ਯਾਦ, ਤਕਰੀਬਨ 90 ਤਕਰੀਬਨ। ਉਹਦਾ ਮੇਨ ਆ ਸੀ ਵੀ ਉਹਨੂੰ ਅਖਬਾਰ ਤੇ ਉਹਨੂੰ ਕਿਤਾਬਾਂ ਚਾਹੀਦੀਆਂ ਸੀਗੀਆਂ। ਮਤਲਬ ਜੋ ਉਸ ਸਮੇਂ ਜੋ ਅਸੀਂ ਕਹਿ ਸਕਦੇ ਹਾਂ ਕਿ ਮੰਗ ਸੀ ਕਿ ਜਿਹੜਾ ਬਾਗੀ ਕੈਦੀਆਂ ਨਾਲ ਜਾਂ ਜੰਗੀ ਕੈਦੀਆਂ ਨਾਲ ਜੋ ਵਿਹਾਰ ਕੀਤਾ ਜਾ ਰਿਹਾ ਆ, ਤੇ ਉਹ ਸਾਰਿਆਂ ਨਾਲ ਇੱਕ ਸਮਾਨ ਹੋਣਾ ਚਾਹੀਦਾ। ਰੋਟੀ ਪਾਣੀ ਵੀ ਇੱਕੋ ਜਿਹਾ ਹੋਵੇ, ਚੰਗਾ ਹੋਵੇ, ਤੇ ਖਾਸ ਤੌਰ ਤੇ ਕਿਤਾਬਾਂ ਤੇ ਅਖਬਾਰ ਹੋਰ ਕੁਝ ਸਮੱਗਰੀਆਂ ਸੀਗੀਆਂ ਉਹਨੀਆਂ ਮੰਗੀਆਂ ਜਿਹੜੀਆਂ ਮੰਗੀਆਂ ਗਈਆਂ ਸੀ। ਮਤਲਬ ਕਿ ਮੇਨ ਫੋਕਸ ਉਹਦਾ ਉੱਥੇ ਹੀ ਸੀਗਾ। ਉਹ ਤੋਂ ਬਾਅਦ ਵੀ ਫੋਕਸ ਨਹੀਂ ਬਦਲਿਆ ਹੈਗਾ। ਤੇ ਹੁਣ ਉਹਦੀਆਂ ਜਿੰਨੀਆਂ ਫੋਟੋਆਂ ਨੇ, ਭਾਵੇਂ ਮੈਂ ਆਪਣੇ ਘਰ ਦੀ ਵੀ ਗੱਲ ਕਰਦਾ, ਸਾਡੇ ਘਰੇ ਵੀ ਜਿਹੜੀ ਫੋਟੋ ਲੱਗੀ ਹੋਈ ਆ ਉਹ ਬੰਦੂਕ ਨਾਲ ਹੀ ਲੱਗੀ ਹੋਈ ਆ। ਕਿਤਾਬ ਨਾਲ ਮੈਂ ਉਹਦੀ ਨਾ ਤਾਂ ਅੱਜ ਤੱਕ ਕੋਈ ਫੋਟੋ ਦੇਖੀ ਆ ਤੇ ਨਾ ਸ਼ਾਇਦ ਅੱਗੇ ਆਪਾਂ ਦੇਖਾਂਗੇ। ਅੱਛਾ ਸਤਨਾਮ ਜੀ, ਅੱਗੇ ਚੱਲਣ ਤੋਂ ਪਹਿਲਾਂ ਥੋੜਾ ਜਿਹਾ ਇਹਦੇ ਤੇ ਝਾਤ ਮਾਰ ਲਈਏ ਵੀ ਭਗਤ ਸਿੰਘ ਦੇ ਨਾਲ ਅਣਖ ਸ਼ਬਦ ਜੋੜਿਆ ਗਿਆ। ਹਾਂਜੀ। ਪਰ ਅਣਖ ਨੂੰ ਡਿਸਕ੍ਰਾਈਬ ਨਹੀਂ ਕੀਤਾ ਗਿਆ ਸਹੀ ਤਰੀਕੇ ਨਾਲ। ਤਸਵੀਰ ਤੁਹਾਡੇ ਘਰੇ ਤੁਸੀਂ ਵੀ ਕਹਿੰਦੇ ਹੋ ਉਹ ਲੱਗੀ ਹੋਈ ਹੈ, ਜਿਹੜੀ ਅਸੀਂ ਆਮ ਦੇਖਦੇ ਆ ਪਿਸਤੌਲ ਵਾਲੀ। ਹਾਂਜੀ। ਇਹ ਕਾਰਨ ਕੀ ਮੰਨਦੇ? ਕਾਰਨ ਇਹਦਾ ਇਹ ਹੈ ਜੀ ਵੀ ਕੁਛ ਤਾਂ ਜਿਹੜੀਆਂ ਉਸ ਟਾਈਮ ਦੀਆਂ ਸਮੇਂ ਦੀਆਂ ਸਰਕਾਰਾਂ ਸੀਗੀਆਂ, ਠੀਕ ਹੈ, ਉਹ ਮਤਲਬ ਕਿ ਭਗਤ ਸਿੰਘ ਨੂੰ ਐਜ਼ ਅ ਵਾਇਲੈਂਟ ਰੈਵੋਲੂਸ਼ਨਰੀ ਦਿਖਾਉਣਾ ਚਾਹੁੰਦੀਆਂ ਸੀ, ਹਥਿਆਰਾਂ ਵਾਲਾ ਵੀ ਇਹ। ਉਹ ਕਿਉਂਕਿ ਉਸ ਟਾਈਮ ਵੀ ਉਹਨੂੰ ਟੈਰਰਿਸਟ ਕਿਹਾ ਜਾਂਦਾ ਸੀਗਾ, ਕੋਈ ਨਵੀਂ ਗੱਲ ਨਹੀਂ ਹੈਗੀ ਵੀ ਹੁਣ ਉਹਨੂੰ ਕਿਹਾ ਗਿਆ। ਉਸ ਟਾਈਮ ਵੀ ਉਹਨੂੰ ਟੈਰਰਿਸਟ ਹੀ ਕਿਹਾ ਗਿਆ। ਸਿਆਸਤ ਦਾ ਮੁੱਦਾ ਬਣ ਗਿਆ, ਹੁਣ ਤਾਂ ਮੁੱਦਾ ਬਣਾ ਲਿਆ ਉਹਨਾਂ ਨੇ। ਉਹ ਉਦੋਂ ਤੋਂ ਹੀ ਕਹਿ ਰਹੇ ਉਹਨੂੰ ਟੈਰਰਿਸਟ, ਪਰ ਉਹ ਇੰਟੈਲੈਕਚੁਅਲ ਬੰਦਾ ਸੀਗਾ। ਉਹਦਾ ਇੰਟੈਲੈਕਟ ਕਿਸੇ ਨੂੰ ਦਿਖਾਇਆ ਹੀ ਨਹੀਂ ਗਿਆ। ਮਤਲਬ ਕੋਸ਼ਿਸ਼ ਹੀ ਨਹੀਂ ਕੀਤੀ ਕਿ ਉਹਦਾ ਇੰਟੈਲੈਕਟ ਮੂਹਰੇ ਲੈ ਕੇ ਆਈਏ ਵੀ ਕਿੰਨਾ ਕੋ ਬੰਦਾ, ਉਹਦੀ ਸੋਚ ਕਿੱਥੇ ਸੀਗੀ, ਕਿੰਨਾ ਗਹਿਰਾਈ 'ਚ ਸੋਚਦਾ ਸੀਗਾ। ਚੰਗਾ ਮਾੜਾ ਸੋਚਣਾ, ਉਹ ਪਹਿਲਾਂ ਵੀ ਆਪਾਂ ਗੱਲ ਕੀਤੀ ਵੀ ਵਿਚਾਰ ਕਿਸੇ ਦੇ ਵੱਖਰੇ ਹੋ ਸਕਦੇ ਆ। ਕਿਸੇ ਨੂੰ ਚੰਗਾ ਲੱਗ ਸਕਦਾ, ਕਿਸੇ ਨੂੰ ਮਾੜਾ ਲੱਗ ਸਕਦਾ, ਉਹ ਹੱਕ ਹੈ, ਉਹ ਗਲਤ ਨਹੀਂ ਹੈਗਾ। ਐ ਨਹੀਂ ਵੀ ਭਗਤ ਸਿੰਘ ਬਾਰੇ ਕੋਈ ਮਾੜਾ ਸੋਚ ਰਿਹਾ ਤਾਂ ਉਹ ਬੰਦਾ ਗਲਤ ਹੋ ਗਿਆ, ਨਹੀਂ। ਉਹ ਬਿਲਕੁਲ ਉਹਦਾ ਹੱਕ ਹੈ। ਹੋ ਸਕਦਾ ਉਹਦੀ ਜਿਹੜੀ ਆਈਡੀਓਲੋਜੀ ਉਹਦੇ ਨਾਲ ਨਾ ਮੇਚ ਖਾਂਦਾ ਹੋਵੇ, ਨੋਰਮਲ ਜੀ ਗੱਲ ਹੈ। ਪਰ ਇਹ ਤੇ ਮੁੱਦਾ ਬਣਾਉਣਾ, ਉਹ ਵੀ ਬਿਨਾਂ ਪੜ੍ਹੇ, ਭਗਤ ਸਿੰਘ ਨੂੰ ਜਾਣੇ ਬਿਨਾਂ, ਕਿਸੇ ਦੀਆਂ ਦੋ ਬੰਦਾ ਮੇਰੇ ਤੋਂ ਹੁਣ ਜਿਕਣਾ ਹੁਣ ਮੈਂ ਉਰੇ ਗੱਲਾਂ ਕਰ ਰਿਹਾ, ਮੇਰੇ ਤੋਂ ਪ੍ਰਭਾਵ ਹੋ ਕੇ ਲੋਕ ਗੱਲਾਂ ਕਰਨ ਲਈ ਭਗਤ ਸਿੰਘ ਬਹੁਤ ਚੰਗਾ ਸੀਗਾ। ਨਹੀਂ, ਪਰ ਪਹਿਲਾਂ ਭਗਤ ਸਿੰਘ ਲੋਕ ਆਪ ਹੀ ਪੜ੍ਹਨ, ਕਿਸੇ ਦੀ ਗੱਲ ਤੇ ਨਾ ਜਾਣ। ਮੈਂ ਹੁਣ ਕਹਿ ਦਵਾਂ ਮੇਰੇ ਤੋਂ 4 ਗੱਲਾਂ ਸੁਣ ਕੇ ਅੱਗੇ ਕਹਿਣ ਲੱਗੇ ਵੀ ਭਗਤ ਸਿੰਘ ਦਾ ਬਹੁਤ ਚੰਗਾ ਬੰਦਾ ਸੀਗਾ, ਉਹ ਵੀ ਗਲਤ ਹੈ। ਹੋ ਸਕਦਾ ਮੈਂ ਉਰੇ ਝੂਠ ਹੀ ਬੋਲ ਰਿਹਾ ਹਾਂ। ਬਿਲਕੁਲ ਆਪਾਂ ਇਹ ਨਹੀਂ ਨਾ ਕਲੀਅਰ ਕਰ ਸਕਦੇ, ਜਦ ਤੱਕ ਤੁਸੀਂ ਆਪ ਨਹੀਂ ਚੱਕੋਗੇ ਕਿਤਾਬ, ਤੁਹਾਨੂੰ ਪਤਾ ਨਹੀਂ ਲੱਗਣਾ ਵੀ ਉਹਦੀ ਕੀ ਲਾਈਫ ਸੀ। ਲੋਕ ਅੱਜ ਕੱਲ ਬਹੁਤ ਸਿਆਣੇ ਆ, ਫੜ ਲੈਂਦੇ, ਉਹ ਤਾਂ ਫੜ ਲੈਂਦੇ ਆ। ਪਰ ਕੋਸ਼ਿਸ਼, ਮਤਲਬ ਕਿ ਝੂਠ ਤਾਂ ਫੜ ਲੈਂਦੇ ਆ, ਪਰ ਕੋਸ਼ਿਸ਼ ਉਹਨਾਂ ਨੂੰ ਕਰਨੀ ਪੈਣੀ ਹੈ ਵੀ ਆਪ ਹਰੇਕ ਚੀਜ਼ ਦਾ ਤਰਕ ਆਪ ਕੱਢਣ। ਤੁਸੀਂ ਜਿਹੜੀ ਗੱਲ ਕੀਤੀ ਨਾ ਕਿ ਅਕਸ ਵਿਗਾੜਿਆ ਗਿਆ, ਮੌਕੇ ਦੀਆਂ ਸਰਕਾਰਾਂ ਨੇ ਵਿਗਾੜਨ ਦੀ ਕੋਸ਼ਿਸ਼ ਕੀਤੀ, ਜਿਹੜੀਆਂ ਆਜ਼ਾਦ ਭਾਰਤ ਦੀਆਂ ਸਰਕਾਰਾਂ ਸੀ ਜਾਂ ਉਦੋਂ ਪਹਿਲਾਂ ਦੀਆਂ ਜੋ ਸ਼ਾਸਕ ਰਹੇ ਨੇ। ਇਹ ਇਕੱਲਾ ਭਗਤ ਸਿੰਘ ਨਾਲ ਨਹੀਂ ਹੋਇਆ, ਨਹੀਂ ਸਭ ਨਾਲ ਹੀ ਹੋਇਆ। ਕਰਤਾਰ ਸਿੰਘ ਸਰਾਭੇ ਦੀ ਗੱਲ ਕਰ ਰਹੇ ਅਸੀਂ ਜਿਸ ਤਰੀਕੇ ਨਾਲ ਜ਼ਿਕਰ ਕਰਦੇ ਹਾਂ, ਜੋ ਹੁਣ ਸਾਡੇ ਕੋਲ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਤਾਂ ਬੜਾ ਕੁਝ ਲੁਕੋਇਆ ਗਿਆ ਆ, ਬਹੁਤ ਕੁਝ ਲੁਕੋਇਆ ਗਿਆ ਜੀ। ਆਪਾਂ ਹੁਣ ਜਿੱਦਾਂ ਕਰਤਾਰ ਸਿੰਘ ਸਰਾਭੇ ਉਹਨਾਂ ਦੀ ਗੱਲ ਕਰਦੇ ਹਾਂ, ਕਰਤਾਰ ਸਿੰਘ ਸਰਾਭੇ ਨੂੰ ਤਾਂ ਉਹਨਾਂ ਦਾ ਬਣਦਾ ਹੱਕ ਮਿਲੇ, ਭਗਤ ਸਿੰਘ ਨੂੰ ਤਾਂ ਫੇਰ ਵੀ ਕਿਤੇ ਨਾ ਕਿਤੇ ਮਿਲ ਗਿਆ। ਭਗਤ ਸਿੰਘ ਨੇ ਵੈਸੇ ਦੱਸਿਆ ਵੀ ਇਸ ਦਾ, ਜੇਕਰ ਅਸੀਂ ਭਾਈ ਰਣਧੀਰ ਸਿੰਘ ਵਾਲੀ ਮੁਲਾਕਾਤ ਦੇ ਬਾਰੇ ਜੇ ਪੜ੍ਹ ਲਈਏ ਤਾਂ ਉਹਦੇ ਵਿੱਚ ਜ਼ਿਕਰ ਜ਼ਰੂਰ ਆਇਆ ਕਿ ਭਗਤ ਸਿੰਘ ਨੂੰ ਮਸ਼ਹੂਰੀ ਕਿਉਂ ਮਿਲ ਗਈ। ਹਾਂ, ਤੇ ਉਹੀ ਗੱਲ ਹੈ ਵੀ ਉਹਨੂੰ ਮਸ਼ਹੂਰੀ ਮਿਲ ਗਈ, ਪਰ ਕਰਤਾਰ ਸਿੰਘ ਸਰਾਭਾ ਨੂੰ ਤਾਂ ਮਸ਼ਹੂਰੀ ਮਿਲੀ ਹੋਣੀ। ਚਲੋ ਉਹ ਮਸ਼ਹੂਰੀ ਦਾ ਮੁਹਤਾਜ ਵੀ ਨਹੀਂ ਹੈਗਾ, ਉਹਨੂੰ ਜ਼ਰੂਰਤ ਵੀ ਨਹੀਂ ਮਸ਼ਹੂਰੀ ਦੀ। ਉਹਨੇ ਇੱਕ ਮਸ਼ਹੂਰੀ ਅਸੀਂ ਕਹਿ ਦਈਏ ਵੀ ਇੱਕ ਲੋੜ ਤਾਂ ਸੀ, ਲੋੜ ਤਾਂ ਸੀਗੀ। ਮਤਲਬ ਆਪਾਂ ਨੂੰ ਲੋੜ ਸੀਗੀ, ਉਹਨਾਂ ਨੂੰ ਲੋੜ ਨਹੀਂ ਸੀਗੀ। ਮੇਰਾ ਕਹਿਣ ਦਾ ਮਤਲਬ ਵੀ ਕਰਤਾਰ ਸਿੰਘ ਸਰਾਭੇ ਨੂੰ ਆਪ ਨੂੰ ਲੋੜ ਨਹੀਂ ਸੀ। ਬਿਲਕੁਲ। ਭਗਤ ਸਿੰਘ ਜਿਹੜੇ ਬੰਦੇ ਨੂੰ ਆਈਡੀਅਲ ਮੰਨਦਾ ਆਪਣਾ, ਠੀਕ ਹੈ, ਜਿਹਦੀ ਜੇਬ 'ਚ ਤਸਵੀਰ ਰੱਖਦਾ, ਜਿਹਦੇ ਕਰਕੇ ਉਹ ਕ੍ਰਾਂਤੀਕਾਰੀ ਬਣਦਾ, ਉਹਨੂੰ ਤਾਂ ਲੋਕ ਬਿਲਕੁਲ ਭੁੱਲੀ ਬੈਠੇ ਆ। ਠੀਕ ਹੈ, ਉਹਦੀ ਆਪਾਂ ਗੱਲ ਹੀ ਨਹੀਂ ਕਰਦੇ ਹੈਗੇ। ਚਲੋ ਉਹ ਵੱਖਰਾ ਵਿਸ਼ਾ ਹੈ, ਆਪਾਂ ਫੇਰ ਕਦੇ। ਤੇ ਮਤਲਬ ਕਿ ਮੇਨ ਹੈ ਵੀ ਆਪਾਂ ਭਗਤ ਸਿੰਘ ਦਾ ਜਿਹੜਾ ਮੇਨ ਹੈ ਉਹ ਤੇ ਵੀ ਇਸ ਤਰ੍ਹਾਂ ਵੀ ਤੁਹਾਡੇ ਬਾਰੇ ਥੋੜਾ ਜਾਣਨਾ ਚਾਹਾਂਗੇ, ਦਰਸ਼ਕ ਜਾਣ ਲੈਣ ਕਿ ਜੇ ਅੱਜ ਸਤਨਾਮ ਸਿੰਘ ਭਗਤ ਸਿੰਘ ਬਾਰੇ ਗੱਲ ਕਰ ਰਿਹਾ, ਪਰ ਤਸਵੀਰ ਭਗਤ ਸਿੰਘ ਦੀ ਹਜੇ ਵੀ ਘਰ 'ਚ ਉਹੀ ਲੱਗੀ ਆ, ਕਿਤਾਬ ਵਾਲੀ ਤਸਵੀਰ। ਤਾਂ ਇਹ ਜਿਹੜਾ ਪਰਿਵਰਤਨ ਸਤਨਾਮ ਸਿੰਘ 'ਚ ਹੋਇਆ ਉਹ ਕੀ ਹੈ? ਇਹ ਪਰਿਵਰਤਨ ਆਇਆ ਹੈ ਜੀ ਵੀ ਮੈਂ ਅੱਜ ਤੋਂ 2 ਸਾਲ ਪਹਿਲਾਂ ਤੱਕ ਮੈਂ ਵੀ ਭਗਤ ਸਿੰਘ ਬਾਰੇ 19 ਕੀ ਸੋਚ ਸੀਗੀ ਮੇਰੀ ਵੀ, ਫਿਲਮਾਂ ਵਾਲੀ ਜਿੰਨੀ ਕੁ ਸੀਗੀ। ਫਿਲਮਾਂ 'ਚ ਦੇਖਿਆ ਅਜੇ ਦੇਵਗਨ
ਗਨ ਨੂੰ ਦੇਖ ਲਿਆ, ਬਹੁ ਦਿਲ ਨੂੰ ਦੇਖ ਲਿਆ, ਹਨਾ, ਤੇ ਆਪਾਂ ਗਾਣੇ ਸੁਣ ਲਏ, ਗੀਤ ਸੁਣ ਲਏ ਭਗਤ ਸਿੰਘ ਦੇ। ਸਾਡਾ ਵੀ ਉਹੀ ਸੀਗਾ ਵੀ ਉਦਾਂ ਦਾ ਆਈਡੀਆ ਲੱਗਦਾ ਸੀਗਾ ਵੀ ਯਾਰ ਗੱਭਰੂ ਜਵਾਨ ਮੁੰਡਾ, ਹਨਾ, ਵੀ ਮੁੱਛਾਂ ਖੜੀਆਂ ਨੇ, ਹਨਾ, ਅੱਖਾਂ 'ਚ ਗਰੂਰ ਹੈ, ਤਾਂ ਉਦਾਂ ਦਾ ਹੀ ਲੱਗਦਾ ਸੀਗਾ। ਤੇ ਜਦੋਂ ਵੈਸੇ ਹੀ ਮੈਂ ਹੁਣ ਜਿੱਕਣਾ ਆਪਾਂ ਜਿਹਨੂੰ ਆਈਡਲ ਮੰਨਦੇ ਹਾਂ, ਕਿਤੇ ਨਾ ਕਿਤੇ ਜਦੋਂ ਆਪਾਂ ਪੜ੍ਹਾਈ ਕਰਦੇ ਹਾਂ, ਵੈਸੇ ਆਪਣਾ ਇੱਕ ਟਾਈਮ ਆ ਜਾਂਦਾ, ਬੰਦਾ ਸੋਚ ਲੈਂਦਾ ਵੀ ਚੱਲ ਯਾਰ ਵੀ ਜਾਣੀਏ ਤਾਂ ਸਹੀ ਬੰਦਾ ਸੀਗਾ ਕੌਣ। ਜਦੋਂ ਬੰਦਾ ਕਿਤਾਬ ਚੱਕਦਾ ਉਹ ਤਸਵੀਰ ਹੀ ਬਦਲ ਜਾਂਦੀ ਹੈ ਵੀ ਭਗਤ ਸਿੰਘ ਤਾਂ ਬੰਦਾ ਹੈ ਹੀ ਨਹੀਂ, ਵੀ ਉਹਦੀ ਜ਼ਿੰਦਗੀ ਉਹ ਕਿਸੇ ਹੋਰ ਪਾਸੇ ਨੂੰ ਚੱਲਦੀ ਹੈ। ਬਿਲਕੁਲ। ਭਗਤ ਸਿੰਘ ਇੱਕ ਐਦਾਂ ਦਾ ਨੌਜਵਾਨ ਜਿਹੜਾ 16 ਸਾਲ ਦੀ ਉਮਰ 'ਚ ਜਦੋਂ ਘਰ ਛੱਡਦਾ, ਜਦੋਂ ਵਿਆਹ ਦਾ ਜ਼ੋਰ ਪਾਇਆ ਜਾਂਦਾ, ਕਾਨਪੁਰ ਜਾਂਦਾ, ਉੱਥੇ ਗਣੇਸ਼ ਵਿਦਿਆਰਥੀ ਦੀ ਪ੍ਰੈਸ 'ਚ, ਬਿਲਕੁਲ, ਉੱਥੇ ਜਾ ਕੇ ਆਪਣਾ ਇੱਕ ਉੱਥੇ ਐਜ਼ ਆ ਐਡੀਟਰ ਤੇ ਰਾਈਟਰ ਲੱਗਦਾ। ਮਤਲਬ 16 ਸਾਲ ਦੀ ਉਮਰ ਦੇ ਵਿੱਚ ਐਡੀਟਰ ਲੱਗਣਾ ਬਹੁਤ ਵੱਡੀ ਗੱਲ ਹੈ। ਮਤਲਬ ਉੱਥੇ ਜਾ ਕੇ ਲੇਖ ਲਿਖਦਾ ਬਲਵੰਤ ਸਿੰਘ ਦੇ ਨਾਂ ਨਾਲ। ਉੱਥੇ ਜਾ ਕੇ ਜਿਹੜੇ ਆਪਣੇ ਉਸ ਟਾਈਮ ਦੇ ਕ੍ਰਾਂਤੀਕਾਰੀ ਸੀਗੇ ਸਚਿੰਦਰਨਾਥ ਸਨਿਆਲ, ਉਹਨਾਂ ਦੀ ਜੀਵਨੀ ਉਹਨੂੰ ਇੰਗਲਿਸ਼ ਤੋਂ ਪੰਜਾਬੀ 'ਚ ਲਿਖਦਾ। ਉਹ ਤੋਂ ਬਾਅਦ ਇੱਕ ਆਪਣੇ ਆਇਰਿਸ਼ ਰੈਵੋਲੂਸ਼ਨਰੀ ਸੀਗੇ ਡੈਨ ਬਰੀਨ, ਤੇ ਉਹਨੂੰ ਹਿੰਦੀ 'ਚ ਕਨਵਰਟ ਕਰਦਾ। ਅੱਛਾ, ਮਤਲਬ ਭਾਸ਼ਾਵਾਂ ਤੁਸੀਂ ਲਾ ਲਓ ਵੀ ਜਿੱਥੇ ਤੱਕ ਮੈਂ ਗਲਤ ਨਹੀਂ ਹੈਗਾ, ਪੰਜਾਬੀ, ਇੰਗਲਿਸ਼, ਹਿੰਦੀ, ਬੰਗਾਲੀ, ਆਇਰਿਸ਼, ਫ੍ਰੈਂਚ, 6 ਭਾਸ਼ਾਵਾਂ ਦਾ ਜਿਹੜੇ ਮੇਰੇ ਨੌਲੇਜ 'ਚ ਨੇ, ਜਿਹ 'ਚ ਉਹਨੇ ਲੇਖ ਲਿਖੇ ਵੀ ਹੋਏ ਨੇ। 6 ਤੋਂ 23 ਸਾਲ ਦੇ ਨੌਜਵਾਨ ਨੂੰ 6 ਭਾਸ਼ਾਵਾਂ ਦਾ ਗਿਆਨ ਆਉਣਾ। ਤੇ ਇਹ ਕਿੱਦਾਂ ਆਇਆ? ਇਹ ਕਿਤਾਬਾਂ, ਸਿਰਫ ਉਹਦੇ ਕਿਤਾਬਾਂ ਦੇ ਪ੍ਰੇਮ ਕਰਕੇ। ਤੇ ਉਹ ਤੋਂ ਬਾਅਦ ਵੀ ਜਦੋਂ ਉਹਦੇ ਘਰ ਦੇ ਲੱਭਣ ਲੱਗੇ, ਇੱਕ ਵਾਰ ਫੇਰ ਵਿੱਚ ਅੰਤਰਾਲ ਲਈ ਘਰ ਚਲੇ ਗਏ ਸੀ। ਉਹ ਤੋਂ ਬਾਅਦ ਦਿੱਲੀ ਆ ਕੇ ਉਹ ਅਰਜਨ 'ਚ ਉਹਨੇ, ਕੀਰਤੀ ਮੈਗਜ਼ੀਨ 'ਚ ਉਹਨੇ ਫੇਰ ਲੇਖ ਲਿਖੇ ਵਿਦਰੋਹੀ ਦੇ ਨਾਂ ਨਾਲ। ਲੇਖ ਉਹਨੇ ਮਤਲਬ ਕਿ ਤੁਸੀਂ ਕੋਈ ਵਿਸ਼ਾ ਦੁਨੀਆ ਦਾ ਹੈ ਨਹੀਂ, ਮਤਲਬ ਕਿ ਜਿਹੜੇ ਉਸ ਟਾਈਮ ਦੇ ਵਿਸ਼ੇ ਸੀਗੇ ਜਿਹਤੇ ਭਗਤ ਸਿੰਘ ਨੇ ਲੇਖ ਨਾ ਲਿਖਿਆ ਹੋਵੇ, ਹਰ ਚੀਜ਼ ਤੇ ਲੇਖ ਉਹਨੂੰ ਜਿੰਨੀ ਕੁ ਸਮਝ ਆਉਂਦੀ ਸੀ ਉਹ ਤੇ ਲੇਖ ਲਿਖ ਦਿੰਦਾ ਸੀਗਾ। ਕਿੰਨੇ ਕ੍ਰਾਂਤੀਕਾਰੀਆਂ ਦੇ ਕਿੱਸੇ, ਕਿੰਨੇ ਉਹ ਕਰਿਆ। ਗਣੇਸ਼ ਵਿਦਿਆਰਥੀ ਨਹੀਂ, ਫਿਰ ਬਾਅਦ ਚੋਂ ਉਹਨੂੰ ਚੰਦਰ ਸ਼ੇਖਰ ਆਜ਼ਾਦ ਨੂੰ ਬੁਲਾਇਆ ਸੀਗਾ ਜਦੋਂ ਫਿਰ ਉਹਨੇ HRA ਜੁਆਇਨ ਕੀਤੀ, ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ। ਉੱਥੋਂ ਆਪਾਂ ਆ ਜਾਂਦੇ ਹਾਂ ਵੀ ਭਗਤ ਸਿੰਘ ਦੀਆਂ ਜੇ ਵਿਚਾਰਧਾਰਾ ਤੇ ਹੁਣ ਆਪਾਂ ਗੱਲ ਬਿਲਕੁਲ। ਹੁਣ ਭਗਤ ਸਿੰਘ ਨੇ ਉਹਦੀ ਸਭ ਨਾਲੋਂ ਪਹਿਲੀ ਵਿਚਾਰਧਾਰਾ ਸੀ, ਕਾਰਲ ਮਾਰਕਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀਗਾ ਉਹ, ਜਿਨ੍ਹਾਂ ਦੀ ਸੋਸ਼ਲਿਜ਼ਮ ਆਪਾਂ ਸੋਸ਼ਲਿਸਟ ਆਈਡੀਓਲੋਜੀ ਕਹਿ ਲੈਂਦੇ ਹਾਂ। ਉਹ ਇੰਨਾ ਪ੍ਰਭਾਵਿਤ ਸੀਗਾ ਵੀ ਉਹਨੇ ਫਿਰ ਚੰਦਰ ਸ਼ੇਖਰ ਆਜ਼ਾਦ ਨਾਲ ਗੱਲ ਕਰਕੇ ਪਾਰਟੀ ਦਾ ਨਾਮ ਵੀ ਚੇਂਜ ਕੀਤਾ, HRA ਤੋਂ HRSA ਕੀਤਾ, ਹਿੰਦੁਸਤਾਨ ਰਿਪਬਲਿਕ ਸੋਸ਼ਲਿਸਟ ਐਸੋਸੀਏਸ਼ਨ। ਬਿਲਕੁਲ। ਤੇ ਉਹਦਾ ਮੰਨਣਾ ਐ ਸੀਗਾ ਵੀ ਜਿਹੜਾ ਮੇਨ ਹੁਣ ਜਿਹੜਾ ਆਪਾਂ ਅੱਜ ਵੀ ਦੇਖਦੇ ਆ, ਉਹ ਕਹਿੰਦਾ ਸੀਗਾ ਵੀ ਜੇ ਆਪਾਂ ਆਜ਼ਾਦ ਹੋ ਵੀ ਜਾਂਦੇ ਆ, ਗੋਰਿਆਂ ਤੋਂ ਭੂਰਿਆਂ ਕੋਲ ਸੱਤਾ ਚਲੇਗੀ, ਕੁਛ ਕੁ ਮੁੱਠੀ ਪਰ ਅਮੀਰ ਲੋਕਾਂ ਕੋਲ ਸੱਤਾ ਚਲੇ ਵੀ ਗਈ, ਤਾਂ ਜਿਹੜਾ ਕਿਸਾਨ ਵਰਗ ਹੈ ਤੇ ਜਿਹੜਾ ਆਪਣਾ ਮਜ਼ਦੂਰ ਵਰਗ ਹੈ, ਉਹਨਾਂ ਦੇ ਕੋਈ ਹਾਲਾਤਾਂ 'ਚ ਫਰਕ ਪਊਗਾ। ਉਹ ਆਪਾਂ ਦੇਖ ਰਹੇ ਆ ਵੀ ਯਾਨੀ ਕਿ ਆਦਮੀ ਦੀ ਲੁੱਟ ਬਰਕਰਾਰ ਰਹਿਣੀ ਸੀ। ਤੇ ਆਪਣੇ ਕੋਲ ਹੁਣ 70 ਸਾਲ ਦਾ ਸਬੂਤ ਹੈ, ਪੁਖਤਾ ਸਬੂਤ ਨੇ ਆਪਣੇ ਕੋਲ। ਬਹੁਤ ਤਰੱਕੀ ਕਰ ਗਿਆ ਦੇਸ਼, ਆਪਾਂ ਵੀ ਤੁਸੀਂ ਦੇਖੋ ਰੇ ਬੈਠੇ, ਆਪਾਂ ਵੀ ਤਰੱਕੀ 'ਚ ਆਪਾਂ ਇਹ ਨਹੀਂ ਕਹਿ ਰਹੇ ਹੈਗੇ, ਪਰ ਜਿਹੜਾ ਗਰੀਬ ਕਿਸਾਨ ਤੇ ਗਰੀਬ ਮਜ਼ਦੂਰ ਸੀਗਾ, ਉਹਦੀ ਲਾਈਫ ਕੁਛ ਬਹੁਤ 19-21 ਦਾ ਫਰਕ ਪਿਆ ਹੋਵੇ ਤਾਂ ਪਿਆ ਹੋਵੇ। ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ ਕਿ ਜਦੋਂ MSP ਬਣਦੀ ਹੈ ਨਾ, ਹਾਂਜੀ, ਤਾਂ ਉਸ ਤੋਂ ਬਾਅਦ ਜੋ ਹੁਣ ਤੱਕ ਸਾਡੇ ਕੋਲ ਇੱਕ ਅੰਕੜੇ ਆਉਂਦੇ ਨੇ, ਤਾਂ ਜਿਹੜਾ ਸਰਕਾਰੀ ਬਾਬੂ ਆ, ਜਿਹੜਾ ਅਸੀਂ ਐਲੀਟ ਕਲਾਸ ਕਹਿ ਦਿੰਦੇ ਹਾਂ, ਉੱਪਰਲੀ ਕਲਾਸ ਆ, ਉਹਦੀ ਤਨਖਾਹ ਦੇ ਵਿੱਚ 250 ਤੋਂ ਲੈ ਕੇ ਤਕਰੀਬਨ 400% ਵਾਧਾ ਹੋਇਆ। ਬਿਲਕੁਲ ਜੀ। ਤੁਸੀਂ ਕਿਸਾਨ ਦੀ ਗੱਲ ਕੀਤੀ, ਮਜ਼ਦੂਰ ਦੀ ਗੱਲ ਕਰਦੇ ਹੋ, ਤਾਂ ਇਹਨਾਂ ਦੀ ਕਮਾਈ ਦੇ ਵਿੱਚ ਸਤਨਾਮ ਜੀ ਜਾਣ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਤਕਰੀਬਨ 60% ਵਾਧਾ ਹੋਇਆ। ਬਿਲਕੁਲ ਜੀ, ਬਿਲਕੁਲ। ਆਹੀ ਮਤਲਬ ਕਿ ਸਾਰੀ ਸੋਚ ਹੀ ਉੱਥੇ ਸੀਗੀ, ਕਿਉਂਕਿ ਭਗਤ ਸਿੰਘ ਕਹਿੰਦਾ ਸੀਗਾ ਵੀ ਇੰਡੀਪੈਂਡੈਂਸ ਤੇ ਫਰੀਡਮ ਦੋ ਅਲੱਗ-ਅਲੱਗ ਵਿਸ਼ੇ। ਸੁਤੰਤਰਤਾ ਅਲੱਗ ਵਿਸ਼ਾ, ਆਜ਼ਾਦ ਹੋਣਾ ਅਲੱਗ ਵਿਸ਼ਾ। ਅਸੀਂ ਸੁਤੰਤਰਤਾ ਹੋ ਗਏ, ਪਰ ਆਜ਼ਾਦੀ ਕੀ ਸਭ ਲਈ ਬਰਾਬਰ ਹੈ? ਸੋਸ਼ਲਿਸਟ ਆਈਡੀਓਲੋਜੀ ਨੂੰ ਤਾਂ ਫੋਲੋ ਕਰਦਾ ਸੀਗਾ ਕਿ ਉਹ 'ਚ ਆਜ਼ਾਦੀ ਸਭ ਲਈ ਬਰਾਬਰ ਹੈ। ਉਹ ਮਤਲਬ ਕਿ ਆਪਾਂ ਕਿਤੇ ਸੋਸ਼ਲਿਜ਼ਮ ਨੂੰ ਆਪਾਂ ਕਿਤੇ ਫੇਰ ਡਿਟੇਲ 'ਚ ਗੱਲ ਕਰਾਂਗੇ। ਯਾਨੀ ਕਿ ਉਹ ਚੀਜ਼ ਜਿਸ ਤਰੀਕੇ ਦੇ ਨਾਲ ਸੱਤਾ ਦੇ ਚੱਕਰ ਦੇ ਵਿੱਚ ਨਹੀਂ ਸੀ, ਸੱਤਾ ਨਹੀਂ ਸੀ, ਉਹ ਬਰਾਬਰੀ ਦਾ ਹੱਕ ਸੀ। ਜਾਂ ਜਿੱਥੋਂ ਤੱਕ ਮੈਨੂੰ ਅਸੀਂ ਜੋ ਸੋਚ ਦੀ ਗੱਲ ਕਰਦੇ ਹਾਂ, ਤਾਂ ਉਹ ਵਿਸ਼ਵ ਪ੍ਰੇਮ ਦੀ ਜ਼ਿਆਦਾ ਗੱਲ। ਹਾਂਜੀ, ਆਪਾਂ ਉਹੀ ਜਿਹੜਾ ਆਪਣਾ ਦੂਜਾ ਮੁੱਦਾ, ਤੇ ਉਹ ਇੰਟਰਨੈਸ਼ਨਲਿਜ਼ਮ ਨੂੰ ਪ੍ਰਮੋਟ ਕਰਦਾ ਸੀ। ਜਿੱਦਾਂ ਅੱਜ ਉਹਨੂੰ ਕਹੀ ਜਾਂਦਾ ਵੀ ਰਾਸ਼ਟਰਵਾਦੀ ਸੀਗਾ, ਰਾਸ਼ਟਰਵਾਦੀ ਤਾਂ ਸੀਗਾ ਹੀ, ਚਲੋ ਉਹ ਤਾਂ ਹੈਗਾ, ਕਿਉਂਕਿ ਉਦੋਂ ਭਾਰਤ ਕੁਝ ਹੋਰ ਸੀਗਾ, ਪਰ ਉਹਦੀ ਜਿਹੜੀ ਦੂਰ ਦੀ ਆਪਾਂ ਸੋਚਣੀ ਲਾਈਏ, ਉਹਦਾ ਇੱਕ ਬਹੁਤ ਵੱਡਾ ਲੇਖ ਹੈ, ਲੋਕਾਂ ਨੇ ਪੜ੍ਹਿਆ ਨਹੀਂ, ਵਿਸ਼ਵ ਪ੍ਰੇਮ ਦੇ ਨਾਂ ਤੋਂ, ਜਿਹ 'ਚ ਉਹ ਬਾਰ-ਬਾਰ ਕਹਿੰਦਾ ਵੀ ਅਸੀਂ ਦੁਨੀਆ ਦਾ ਜ਼ਿੰਦਗੀ 'ਚ ਇਨਸਾਨਾਂ ਦਾ ਉਦਣ ਮਹੱਤਵ ਸਮਝਾਂਗੇ ਜਿੱਦਣ ਇੱਕ ਦੇਸ਼ ਦਾ ਬੰਦਾ ਦੂਜੇ ਦੇਸ਼ ਨੂੰ ਕੌੜੀ ਅੱਖ ਨਾਲ ਨਹੀਂ ਦੇਖੇਗਾ। ਬਿਲਕੁਲ। ਸਾਰੇ ਬਰਾਬਰ ਹੋਣਗੇ ਜਿੱਦਣ ਉਦਣ ਇਨਸਾਨੀਅਤ ਅਸਲੀ ਦਿਖੂਗੀ, ਉਹ ਆਜ਼ਾਦੀ ਹੋਊਗੀ। ਹੁਣ ਇਹ ਐਡਾ ਵੱਡਾ ਕਨਸੈਪਟ ਹੈ, ਕਿਸੇ ਨੇ ਗੱਲ ਨਹੀਂ ਕੀਤੀ ਹੈਗੀ। ਉਹ ਇੰਟਰਨੈਸ਼ਨਲਿਜ਼ਮ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਦਾ ਸੀਗਾ। ਉਹਨੇ ਇੱਕ ਪੂਰਾ ਵਿਸ਼ਵ ਪ੍ਰੇਮ ਲਿਖਿਆ ਹੋਇਆ, ਇਹ ਤਾਂ ਡਾਕੂਮੈਂਟਡ ਹੈ।
ਜੇ ਆਪਾਂ ਪੜ੍ਹੀਏ ਤਾਂ ਸਾਰਾ ਕੁਝ ਡਾਕੂਮੈਂਟਡ ਬਿਲਕੁਲ। ਪਰ ਐ ਆ ਵੀ ਇਹਨੂੰ ਇੱਕ ਪਾਸੇ ਲਾ ਦਿੱਤਾ ਗਿਆ, ਉਹ ਤਾਂ ਚੀਜ਼ਾਂ ਲੁਕੋ ਦਿੱਤੀਆਂ ਗਈਆਂ, ਦਿਖਾਈਆਂ ਹੀ ਨਹੀਂ ਗਈਆਂ। ਇਹ ਤਾਂ ਹੁਣ ਕਿਸੇ ਨੂੰ ਪਤਾ ਵੀ ਨਹੀਂ ਹੋਣਾ, ਮੇਰੇ ਸਾਹਮਣੇ 10% ਲੋਕਾਂ ਨੂੰ ਜ਼ਰੂਰ ਪਤਾ ਹੋਊਗਾ ਜਿਹੜਾ ਉਹਦੇ ਮਤਲਬ ਕਿ ਅਸਲੀ ਉਹਨੂੰ ਜਾਣਨਾ ਚਾਹੁੰਦੇ ਹੋਣਗੇ, ਪਛਾਣਨਾ ਚਾਹੁੰਦੇ ਹੋਣਗੇ। ਪਰ ਵਿਸ਼ਵ ਪ੍ਰੇਮ ਵਾਲੇ 'ਚ ਬਹੁਤ ਕਲੀਅਰ ਹੋ ਗਿਆ ਕਿ ਉਹ ਇੱਕ ਤਾਂ ਉਹਦੀ ਆਪਣੀ ਆਈਡੀਓਲੋਜੀ ਪਹਿਲੀ ਸੋਸ਼ਲਿਜ਼ਮ ਹੋ ਗਈ, ਦੂਜੀ ਉਹ ਇੰਟਰਨੈਸ਼ਨਲਿਜ਼ਮ ਨੂੰ ਬਹੁਤ ਪਿਆਰ ਕਰਦਾ ਸੀ। ਬਿਲਕੁਲ, ਉਹ ਐ ਨਹੀਂ ਸੀ ਚਾਹੁੰਦਾ ਵੀ ਇਕੱਲਾ ਵੀ ਇੰਡੀਆ ਨੂੰ ਆਜ਼ਾਦ ਕਰਾਉਣਾ। ਅੱਛਾ, ਮੈਨੂੰ ਇਹਨਾਂ ਕਿ ਯਾਦ ਆ ਮਤਲਬ ਵਿਸ਼ਵ ਪ੍ਰੇਮ ਜਦੋਂ ਗੱਲ ਕਰਦਾ ਹੈ ਤਾਂ ਉਹ ਹਰ ਇੱਕ ਤਰ੍ਹਾਂ ਦੀ ਜਿਹੜੀ ਲਿਮਿਟੇਸ਼ਨ ਹੈ ਜੋ ਆਦਮੀ ਦਾ ਸੋਚਣ ਘਾਣ ਜਾਂ ਆਦਮੀ ਦੀਆਂ ਜੋ ਮਨੁੱਖਤਾ ਦੀ ਇਨਸਾਨ ਦੀਆਂ ਹੱਦਾਂ ਤੈਅ ਕਰਦੀ ਹੈ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦਾ। ਬਿਲਕੁਲ ਸਹੀ ਗੱਲ ਹੈ ਜੀ, ਐਂ ਕਰਨਾ ਚਾਹੁੰਦਾ ਸੀਗਾ ਉਹ। ਉਹਨੇ ਬਾਰ-ਬਾਰ ਹਰ ਸਪੀਚ 'ਚ ਆਪਣੀ ਮਤਲਬ ਕਿ ਜਿੱਥੇ ਕਿਤੇ ਉਹਨੂੰ ਮੌਕਾ ਮਿਲਦਾ ਸੀ ਬੋਲਣ ਦਾ, ਭਾਵੇਂ ਕ੍ਰਾਂਤੀਕਾਰੀ ਵੀਰਾਂ ਅੱਗੇ ਜਾਂ ਉਹਨੂੰ ਕੋਰਟ 'ਚ ਬੋਲਣ ਦਾ ਮੌਕਾ ਮਿਲਿਆ, ਉਹਨੇ ਇਹ ਗੱਲ ਨੂੰ ਹਮੇਸ਼ਾ ਅੱਗੇ ਰੱਖਿਆ। ਜਦੋਂ ਉਹ ਬੰਬ ਸੁੱਟਣ ਗਿਆ ਸੀਗਾ ਉਦੋਂ ਵੀ ਟ੍ਰੇਡ ਡਿਸਪਿਊਟ ਬਿੱਲ ਤੇ ਪਬਲਿਕ ਸੇਫਟੀ ਬਿੱਲ ਜਦੋਂ ਹੋਇਆ ਸੀ, ਉਹ ਆਹੀ ਕਹਾਣੀ ਸੀਗੀ, ਮਜ਼ਦੂਰਾਂ ਤੇ ਹੀ ਉਹ ਕਰ ਰਹੇ ਸੀਗੇ, ਮਜ਼ਦੂਰਾਂ ਤੇ ਤੰਦ ਕੱਸਿਆ ਜਾ ਰਿਹਾ ਸੀਗਾ ਉਹਨਾਂ ਨੂੰ ਤੰਗ ਕਰਨ ਦੀ। ਉਦੋਂ ਵੀ ਉਹਨਾਂ ਨੇ ਤਾਂ ਹੀ ਕਰਿਆ ਕਿਉਂਕਿ ਉਹਨੂੰ ਕਿਸਾਨਾਂ ਨਾਲ ਤੇ ਥੱਲੇ ਵਾਲੇ ਤਬਕੇ ਨਾਲ ਉਹਨੂੰ ਪਿਆਰ ਬਹੁਤ ਸੀਗਾ। ਤਾਂ ਥੱਲਾ ਤਬਕਾ ਕਹਿਣ ਚੱਲ ਜਾਂਦਾ, ਖੈਰ ਸਭ ਨਾਲੋਂ ਉੱਚੇ ਉਹੀ ਨੇ ਕਿਉਂਕਿ ਬਿਲਡ ਉਹੀ ਕਰ ਰਹੇ ਨੇ ਸਮਾਜ ਨੂੰ। ਨਾ ਕਿਸਾਨਾਂ ਬਿਨਾਂ ਚੱਲ ਸਕਦਾ, ਨਾ ਮਜ਼ਦੂਰਾਂ ਬਿਨਾਂ ਚੱਲ ਸਕਦਾ। ਉਹਨੂੰ ਪਤਾ ਸੀ, ਸ਼ਾਇਦ ਭਗਤ ਸਿੰਘ ਨੂੰ ਅਸੀਂ ਕਹਿ ਸਕਦੇ ਹਾਂ, ਜਾਂ ਇਹਨਾਂ ਲੋਕਾਂ ਨੂੰ ਜ਼ਿਆਦਾ ਇਲਮ ਸੀ ਕਿ ਆਉਣ ਵਾਲੀ ਜਿਹੜੀਆਂ ਸੱਤਾਧਾਰੀ ਧਿਰਾਂ ਹੋਣਗੀਆਂ ਉਹਨਾਂ ਦਾ ਸ਼ੋਸ਼ਣ ਕਰਨਗੀਆਂ ਤੇ ਰਾਸ਼ਟਰ ਨਿਰਮਾਣ, ਜਿਸ ਨੂੰ ਰਾਸ਼ਟਰ ਨਿਰਮਾਣ ਕਿਹਾ ਜਾਂਦਾ, ਸਭ ਤੋਂ ਵੱਡਾ ਯੋਗਦਾਨ ਉਹਨਾਂ ਲੋਕਾਂ ਦਾ ਜਿਨ੍ਹਾਂ ਦੇ ਹੱਕ ਦੀ ਗੱਲ ਕੀਤੀ ਜਾਂਦੀ ਹੈ। ਕਿਉਂਕਿ ਉਹਨੇ ਨਾ ਫ੍ਰੈਂਚ ਰੈਵੋਲੂਸ਼ਨ ਤੇ ਆਪਣਾ ਜਿਹੜੀ ਇੱਧਰ ਆਪਣੀ ਰੂਸ ਦੀ ਕ੍ਰਾਂਤੀ ਹੋਈ ਉਹਨੂੰ ਬਹੁਤ ਚੰਗੀ ਤਰ੍ਹਾਂ ਪੜ੍ਹਿਆ ਹੋਇਆ ਸੀਗਾ। ਉੱਥੇ ਸੇਮ ਚੀਜ਼ ਹੋਈ ਸੀ ਬਿਲਕੁਲ। ਤਾਂ ਉਹਨੂੰ ਪਤਾ ਸੀਗਾ ਵੀ ਜਦ ਉੱਧਰ ਐ ਨਹੀਂ ਹੋਇਆ ਤਾਂ ਉਹਨੂੰ ਉਰੇ ਦੇ ਜਿਹੜੇ ਲੀਡਰ ਸੀਗੇ ਉਸ ਟਾਈਮ ਦੇ ਜਿਹੜੇ ਉਹਨੂੰ ਦਿਖਦਾ ਸੀਗਾ ਵੀ ਅੱਗੇ ਨਾ ਅੱਗੇ ਕਿਤੇ ਨਾ ਕਿਤੇ ਜਾ ਕੇ ਚਲੋ 10 ਲੀਡਰ ਚੰਗੇ ਵੀ ਹੋਣਗੇ, ਪਰ ਅੱਗੇ ਨਾ ਅੱਗੇ ਇਹਨਾਂ ਨੇ ਆਹੀ ਕਹਾਣੀ ਕਰਨੀ ਹੈ। ਘੁੰਮ ਫਿਰ ਕੇ ਇਹਨਾਂ ਨੇ ਸੱਤਾ ਦਾ ਹੀ ਲਾਲਚ ਹੈ, ਅੱਗੇ ਵਤਨ ਬਣਾਉਣ ਦੀ ਗੱਲ ਨਹੀਂ ਹੈਗੀ, ਸਿਰਫ ਸੱਤਾ ਪਾਉਣ ਦਾ ਉਹ ਹੈ ਵੀ ਸਾਨੂੰ ਬਸ ਇੱਕ ਵਾਰ ਮਿਲ ਜਾਵੇ ਤੇ ਫਿਰ ਅਸੀਂ ਆਪਣਾ ਚਲਾਉਂਦੇ ਰਹੀ। 70 ਸਾਲ ਤੋਂ ਹੁਣ ਤੁਸੀਂ ਦੇਖ ਲਓ ਵੀ ਉਹਨਾਂ ਦੇ ਕੁਝ ਫਰਕ ਆਇਆ ਨਹੀਂ ਹੈਗਾ। ਸਤਨਾਮ ਜੀ, ਭਗਤ ਸਿੰਘ ਨੂੰ ਜਾਣਨਾ ਬਹੁਤ ਜ਼ਰੂਰੀ ਬਣਦਾ ਆ। ਜੇਕਰ ਸਿਰਫ ਕੱਲਾ ਭਗਤ ਸਿੰਘ ਨਹੀਂ, ਮੈਂ ਕਹਿ ਰਿਹਾ ਜਿੰਨੇ ਵੀ ਕ੍ਰਾਂਤੀਕਾਰੀ ਨੇ, ਸਾਡਾ ਇਤਿਹਾਸ, ਸਾਡੀ ਪਿੱਠ ਤੇ ਖੜਾ ਸਾਡਾ ਇਤਿਹਾਸ ਆ, ਜਿਹੜਾ ਸਾਡਾ ਵਜੂਦ ਹੈ ਤੇ ਜਿਹੜਾ ਸਾਡਾ ਭਵਿੱਖ ਵੀ ਤੈਅ ਕਰਦਾ ਆ, ਇਹ ਜਾਣਨਾ ਬਹੁਤ ਜ਼ਰੂਰੀ ਹੈ। ਪਰ ਜਦੋਂ ਸਵਾਲ ਘੇਰਾਬੰਦੀਆਂ ਦਾ ਆ ਜਾਂਦਾ ਕਿ ਉਹ ਸਾਡੀ ਕੌਮ ਦਾ ਸੀ, ਉਹ ਸਾਡੇ ਧਰਮ ਦਾ ਸੀ, ਉਹ ਸਾਡੀ ਜਾਤ ਦਾ ਸੀ, ਜਦੋਂ ਇੱਥੇ ਵੰਡਿਆ ਜਾਂਦਾ ਹੈ, ਉਹ ਕਿਰਦਾਰ ਕੁਸ਼ੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਦੇਸ਼ ਭਗਤ ਦੀ, ਇੱਕ ਸਭ ਦੇ ਸਾਂਝੇ ਦੀ ਕੀਤੀ ਜਾਂਦੀ ਹੈ, ਉਹ ਨੌਜਵਾਨਾਂ 'ਤੇ ਬਹੁਤ ਅਸਰ ਪਾਉਂਦੀ ਹੈ। ਬਿਲਕੁਲ। ਕਿਵੇਂ ਜੇ ਤੁਸੀਂ ਆਪਦੇ ਆਪ ਨੂੰ ਉਸ ਵਲਗਨ 'ਚੋਂ ਕੱਢਿਆ ਤਾਂ ਸਾਡਾ ਨੌਜਵਾਨ ਜਿਹੜਾ ਉਹਦੀ ਹਾਣ ਦਾ ਉਮਰ ਦਾ ਹੈ, ਕਿਵੇਂ ਕੱਢਿਆ ਆਪਦੇ ਆਪ ਨੂੰ? ਇਹ ਮਤਲਬ ਕਿ ਉਹਦੇ ਬਾਰੇ ਇਹਦਾ ਨਾ ਸਿੰਪਲ ਜਿਹਾ ਜਿਹੜਾ ਉਹਨੇ ਕਿਹਾ ਵੀ ਜਿਹੜਾ ਉਹਨੇ ਇੱਕ ਲੇਖ ਲਿਖਿਆ ਮੈਂ ਨਾਸਤਿਕ ਕਿਉਂ ਹਾਂ, ਵਾਈ ਐਮ ਐਨ ਏਥੀਇਸਟ, ਉਹ 'ਚ ਉਹਨੇ ਬਹੁਤ ਕਲੀਅਰ ਲਿਖਿਆ ਹੋਇਆ। ਪਹਿਲੀ ਗੱਲ ਤਾਂ ਉਹ ਕਿਸੇ ਵੀ ਧਰਮ ਨੂੰ ਚੰਗਾ ਜਾਂ ਮਾੜਾ ਕਹਿੰਦਾ ਹੀ ਨਹੀਂ ਹੈਗਾ, ਠੀਕ ਹੈ, ਉਹ ਧਰਮ ਦੇ ਨੇੜੇ ਲੱਗਦਾ ਹੀ ਨਹੀਂ ਹੈਗਾ ਉਹਨੇ, ਕਿਉਂਕਿ ਉਹ ਕਹਿੰਦਾ ਉਹਨੇ ਸਿੰਪਲ ਜਿਹਾ ਇਹ ਜਵਾਬ ਦਿੱਤਾ ਸੀਗਾ ਵੀ ਮੇਰਾ ਨਾਸਤਿਕ ਮੇਰਾ ਤਰਕਵਾਦੀ ਹੋਣਾ, ਵੀ ਮੇਰਾ ਹਰ ਚੀਜ਼ ਤੇ ਤਰਕਵਾਦੀ ਹੋਣਾ ਹੀ ਮੇਰੇ ਨਾਸਤਿਕ ਹੋਣ ਦਾ ਸਭ ਨਾਲੋਂ ਵੱਡਾ ਕਾਰਨ ਹੈ। ਉਹਨੇ ਵਿੱਚ ਉਹੀ ਜਿਹੀਆਂ ਤਕਰੀਰਾਂ ਦਿੱਤੀਆਂ ਨੇ ਜਿਹੜੀਆਂ ਜੇ ਆਪਾਂ ਪੜ੍ਹਾਂਗੇ ਤਾਂ ਆਪਾਂ ਸੋਚਣ ਤੇ ਮਜਬੂਰ ਹੋ ਜਾਾਂਗੇ, ਪਰ ਉਹ ਆਪਾਂ ਪੜ੍ਹਿਆ ਨਹੀਂ ਹੈਗਾ। ਹੁਣ ਉਹ 'ਚ ਉਹਨੇ ਇੱਕ ਬਹੁਤ ਵੱਡਾ ਲਿਖਿਆ ਵੀ ਜੇ ਆਪਾਂ ਕਹਿੰਦੇ ਆ ਵੀ ਇੱਕ ਤਾਂ ਵੀ ਸਾਰਾ ਕੁਛ ਰੱਬ ਕਰਦਾ, ਠੀਕ ਹੈ, ਤੇ ਦੂਜੀ ਗੱਲ ਉਹ ਕਹਿੰਦਾ ਵੀ ਰੱਬ ਹੈ ਜਿਹੜਾ ਉਹ ਪਿਛਲੇ ਕਰਮਾਂ ਦੀ ਸਜ਼ਾ ਦਿੰਦਾ, ਜੋ ਉਸ ਟਾਈਮ ਕਿਹਾ ਜਾਂਦਾ ਸੀ ਵੀ ਜੇ ਤੁਸੀਂ ਗਲਤ ਕਰ ਰਹੇ ਹੋ ਤਾਂ ਤੁਹਾਨੂੰ ਅਗਲੇ ਜਨਮ 'ਚ ਗਲਤ ਮਿਲੂਗਾ। ਉਹ ਕਹਿੰਦਾ ਵੀ ਜੇ ਰੱਬ ਇੱਦਾਂ ਦਾ ਹੈਗਾ ਵੀ ਫਿਰ ਇਹੋ ਜਿਹੇ ਰੱਬ ਦੀ ਸਾਨੂੰ ਲੋੜ ਕੀ ਹੈ, ਠੀਕ ਹੈ, ਵੀ ਜੇ ਇਹ ਤਾਂ ਇੱਕ ਕਹਿੰਦਾ ਨੋਰਮਲ ਬੰਦੇ ਦੀ ਹਸਤੀ ਹੋ ਗਈ, ਰੱਬ ਦੀ ਹਸਤੀ ਤਾਂ ਹੋਈ ਨਹੀਂ ਵੀ ਮੈਂ ਤੇਰੇ ਨਾਲ ਗਲਤ ਕੀਤਾ ਮੈਂ ਤੋਂ ਬਦਲਾ ਲਊਂਗਾ, ਅੱਖੜੇ ਬਦਲੇ ਅੱਖ ਵਾਲੀ ਗੱਲ ਹੋ ਗਈ। ਇਹ ਤਾਂ ਇੱਕ ਨੋਰਮਲ ਇਨਸਾਨ ਦੀ ਬਿਰਤੀ ਹੋ ਗਈ। ਹੁਣ ਜਿਹੜਾ ਜਿਹਨੇ ਸ੍ਰਿਸ਼ਟੀ ਸਾਜੀ ਹੋਵੇ ਉਹ ਬੰਦੇ ਉਹਦੀ ਇਨਸਾਨ ਰੱਬ ਦੀ ਜਾਂ ਰੱਬ ਕਹਿ ਲਓ, ਕੁਦਰਤ ਕਹਿ ਲਓ, ਉਹਦੀ ਬਿਰਤੀ ਇਦਾਂ ਦੀ ਹੋ ਨਹੀਂ ਸਕਦੀ। ਹੁਣ ਕਹਿੰਦਾ ਵੀ ਜੇ ਕਹਿੰਦੇ ਆ ਵੀ ਚਲੋ ਅੱਗੇ ਕਹਿੰਦਾ ਅੱਗੇ ਕਿਹਾ ਗਿਆ ਵੀ ਆਧਾਰ ਕਰ ਸਕਦੇ ਤੁਸੀਂ ਆਪਣਾ, ਜੇ ਤੁਸੀਂ ਆਪਣੇ ਮਾੜੇ ਕਰਮਾਂ ਚੋਂ ਨਿਕਲ ਸਕਦੇ ਆ। ਹੁਣ ਕਹਿੰਦੇ ਵੀ ਜੇ ਉਹਨੇ ਅਗਲੇ ਜਨਮ 'ਚ ਮੈਨੂੰ ਗਾਂ ਬਣਾਤਾ ਜਾਂ ਮੈਨੂੰ ਕੁੱਤਾ ਬਣਾਤਾ, ਮੈਂ ਆਪਣਾ ਆਧਾਰ ਕਿੱਦਾਂ ਕਰੂੰਗਾ, ਇਹਦਾ ਜਵਾਬ ਕੌਣ ਦਊਗਾ? ਉਹ ਤੋਂ ਬਾਅਦ ਉਹਨੇ ਕਿਹਾ ਵੀ ਜੇ ਰੱਬ ਹੀ ਹੈਗਾ ਫਿਰ ਉਹਨੇ ਇੰਨੀ ਨਫ਼ਰਤ ਕਿਉਂ ਬਣਾਈ, ਧਰਮਾਂ ਦੇ ਵਿੱਚ ਇੰਨੀ ਹਿੰਸਾ, ਇੱਕ ਦੂਏ ਦੇ ਪ੍ਰਤੀ ਇੰਨੀ ਨਫ਼ਰਤ ਵੀ ਇੰਨੀ ਉਹਨੇ ਬਣਾਈ ਕਿਉਂ? ਇੰਨਾ ਸ਼ੋਸ਼ਣ ਹੋ ਰਿਹਾ ਗਰੀਬਾਂ ਤੇ ਮਜ਼ਦੂਰਾਂ ਤੇ ਵੀ ਉਹ ਬੈਠਾ ਦੇਖ ਰਿਹਾ ਵੀ ਉਹਦਾ ਮਨ ਦੁਖੀ ਨਹੀਂ ਹੁੰਦਾ ਵੀ ਮੈਂ ਇਹ ਧਰਤੀ ਬਣਾਈ, ਤੇ ਫਿਰ ਉਹਨੇ ਦੁੱਖ ਬਣਾਏ ਕਿਉਂ ਇੰਨੇ? ਤਾਂ ਵੀ ਫਿਰ ਇਹ ਚੀਜ਼ਾਂ ਨੂੰ ਸੋਚ ਕੇ ਲੱਗਦਾ ਵੀ ਮੈਨੂੰ ਤਾਂ ਲੱਗਦਾ ਵੀ ਰੱਬ ਹੈ ਨਹੀਂ, ਵੀ ਜੇ ਹੋਊ। ਉਹ ਤੋਂ ਬਾਅਦ ਜਿਹੜੀ ਐਂਡ ਵਾਲੀ ਗੱਲ ਆ, ਜਦੋਂ ਇੱਕ ਬਹੁਤ ਗੱਲ ਕਹੀ ਜਾਂਦੀ ਹੈ ਵੀ ਉਹਨੂੰ ਐਂਡ 'ਚ ਕਿਹਾ ਗਿਆ ਸੀਗਾ ਜਦੋਂ ਫਾਂਸੀ ਚੜ੍ਹਨ ਲੱਗਿਆ ਸੀ ਵੀ ਹੁਣ ਤਾਂ ਰੱਬ ਦਾ ਨਾਮ ਲੈ ਲਾ, ਤੇ ਉਹ ਕਹਿੰਦਾ ਵੀ ਪਹਿਲੀ ਗੱਲ ਤਾਂ ਮੰਨਦਾ, ਮੈਂ ਨਹੀਂ ਮੰਨਦਾ ਰੱਬ ਹੈਗਾ, ਨਾਲੇ ਕਹਿੰਦਾ ਵੀ ਜੇ ਰੱਬ ਹੈਗਾ ਤਾਂ ਉਹ ਕਹੂਗਾ ਵੀ ਬਸ ਵੀ ਡੋਲ ਗਿਆ, ਉਰੇ ਤੱਕ ਹੀ ਸੀਗੀ, ਨਾ ਮੰਨਣ ਦੀ ਗੱਲ ਉਰੇ ਤੱਕ ਹੀ ਸੀਗੀ ਵੀ ਹੁਣ ਜਦ ਤੇਰੇ ਤੇ ਪਈ ਆ ਤਾਂ ਤੈਨੂੰ ਮੈਂ ਯਾਦ ਆ ਗਿਆ। ਕਹਿੰਦਾ ਵੀ ਮੈਂ ਆਪਣੇ ਵਿਚਾਰਾਂ ਨਾਲ ਧੋਖਾ ਨਹੀਂ ਕਰ ਸਕਦਾ, ਹੋ ਸਕਦਾ ਰੱਬ ਹੋਵੇ, ਮੈਂ ਨਹੀਂ ਮੰਨਦਾ ਵੀ ਰੱਬ ਹੈਗਾ।
ਬਸ ਇੰਨੀ ਗੱਲ ਸੀਗੀ। ਤੇ ਉਹਨੇ ਮੇਨ ਆਹ ਬਹੁਤ ਵੱਡੀ ਤਕਰੀਰ ਦੇ ਕੇ ਐਂਡ 'ਚ ਚਲਾ ਗਿਆ ਉਹ ਵੀ ਜਿਹੜੇ ਮੇਰੇ ਵਿਚਾਰ ਨੇ, ਮੈਂ ਆਪਣੇ ਵਿਚਾਰਾਂ ਨਾਲ ਗੱਦਾਰੀ ਨਹੀਂ ਕਰ ਸਕਦਾ, ਵਿਚਾਰ ਜਿਹੜੇ ਮੇਰੇ ਹੈਗੇ ਨੇ ਉਹੀ ਰਹਿਣਗੇ। ਭਗਤ ਸਿੰਘ ਨੇ ਫਾਂਸੀ ਦੀ ਪਟੀਸ਼ਨ ਤਾਂ ਹੀ ਨਹੀਂ ਸੀ ਪਾਈ ਕਿਉਂਕਿ ਸੋਚਦਾ ਸੀਗਾ ਵੀ ਜੇ ਜਿਉਂਦਾ ਰਹਿ ਗਿਆ ਹੋ ਸਕਦਾ ਮੇਰੇ ਵਿਚਾਰ ਉੱਥੇ ਤੱਕ ਨਾ ਪਹੁੰਚਣ, ਪਰ ਜੇ ਮੈਂ ਸ਼ਹੀਦ ਹੋ ਜਾਂਦਾ, ਫਾਂਸੀ ਚੜ੍ਹ ਜਾਣਾ, ਤਾਂ ਮੇਰੇ ਵਿਚਾਰ ਹੋ ਸਕਦਾ ਅੱਗ ਫੜ ਜਾਣ। ਤੇ ਉਹਨਾਂ ਨੇ ਅੱਗ ਫੜੀ ਵੀ, ਇਹੀ ਜੀ ਗੱਲ ਨਹੀਂ ਵੀ ਉਹਨਾਂ ਨੇ, ਪਰ ਉਹ ਅੱਗ ਅੱਜ ਦੇ ਨੌਜਵਾਨਾਂ 'ਚ ਨਹੀਂ ਲੱਗਦੀ, ਨਹੀਂ ਹੈਗੀ। ਉਹ ਮੇਨ ਉਹਦਾ ਉਹੀ ਕਾਰਨ ਘੁੰਮ ਫਿਰ ਕੇ ਗੱਲ ਜਿੱਥੋਂ ਆਪਾਂ ਸ਼ੁਰੂ ਕੀਤੀ ਸੀਗੀ ਵੀ ਭਗਤ ਸਿੰਘ ਨੂੰ ਤਾਂ ਜਾਣਿਆ, ਭਗਤ ਸਿੰਘ ਬਾਰੇ ਨਹੀਂ ਜਾਣਿਆ। ਸਨਾਮ ਜੀ ਦਾ ਮੰਨ ਲਈਏ ਫਿਰ ਜਿਸ ਤਰੀਕੇ ਨਾਲ ਵੀ ਭਗਤ ਸਿੰਘ ਨੂੰ ਕਿਤਾਬਾਂ ਵਾਲਾ ਭਗਤ ਸਿੰਘ ਨਹੀਂ ਦਿਖਾਇਆ, ਖਾਸ ਤੌਰ ਤੇ ਅਸੀਂ ਉਸ ਧਰਤੀ ਦੀ ਗੱਲ ਕਰ ਲਈਏ ਜਿਸ ਦਾ ਜ਼ਿਆਦਾ ਗੂੜਾ ਨਾਤਾ ਆ ਭਗਤ ਸਿੰਘ ਦੇ ਨਾਲ, ਹਾਂਜੀ ਹਾਂਜੀ, ਉੱਥੋਂ ਦੇ ਨੌਜਵਾਨ ਤਾਂ ਹੀ ਅੱਜ ਕਿਤਾਬਾਂ ਤੋਂ ਦੂਰ ਨੇ ਆਪਦੇ ਆਪ 'ਚ। ਕਿਤਾਬਾਂ 'ਚ ਐਕਚੁਅਲੀ ਇਹ ਨਾ ਸਰਕਾਰਾਂ ਦੀ ਸ਼ੁਰੂ ਤੋਂ ਆਪਾਂ ਲਾ ਕੇ ਚੱਲੀਏ, ਕਿਤਾਬਾਂ ਦੇ ਨੇੜੇ ਕੋਈ ਲਿਜਾਣਾ ਹੀ ਨਹੀਂ ਚਾਹੁੰਦਾ। ਸਭ ਚੀਜ਼ਾਂ ਫ੍ਰੀ ਕੀਤੀਆਂ ਜਾਂਦੀਆਂ ਨੇ, ਨਿਆਣਿਆਂ ਨੂੰ ਸਾਈਕਲ ਫ੍ਰੀ ਵੰਡ ਦਿਓ, ਨਿਆਣਿਆਂ ਨੂੰ ਮਿਡ ਡੇ ਮੀਲ ਦੇ ਦਿਓ, ਕੋਈ ਨਹੀਂ ਕਹਿੰਦਾ ਵੀ ਨਿਆਣਿਆਂ ਨੂੰ ਕਿਤਾਬਾਂ ਫ੍ਰੀ ਦੇ ਦਿਓ, ਕਿਉਂਕਿ ਇਹ ਚਾਹੁੰਦੇ ਹੀ ਨਹੀਂ ਹੈਗੇ ਵੀ ਨਿਆਣੇ ਪੜ੍ਹਨ। ਜਿਹੜਾ ਹੁਣ ਆਪਣਾ ਐਜੂਕੇਸ਼ਨ ਸਿਸਟਮ ਹੈ ਉਹ ਤਾਂ ਰੱਟੇ ਵਾਲਾ, ਤੁਸੀਂ ਜੋ ਤੁਹਾਨੂੰ ਯਾਦ ਕਰਿਆ ਉਹ ਤੁਸੀਂ ਉੱਥੇ ਜਾ ਕੇ ਉਗਲਿਆ। ਉਹ ਮੈਨੂੰ ਲੱਗਦਾ ਵੀ ਬਹੁਤਾ ਕੰਮ ਵੀ ਨਹੀਂ ਆ ਰਿਹਾ, ਨਹੀਂ ਆ ਰਿਹਾ ਅੱਜ ਕੱਲ੍ਹ, ਕਿਉਂਕਿ ਬੀਐਡ ਕੀਤਾ ਠੀਕ ਹੈ, ਕੋਈ ਟੀਚਰ ਲੱਗ ਜਾਂਦਾ ਹੈ, ਬਾਕੀ ਨਹੀਂ ਤਾਂ ਕੋਈ ਕਲਰਕ ਦਾ ਟੈਸਟ ਦਿੰਦਾ ਹੀ ਨਜ਼ਰ ਆਉਂਦਾ ਵਿਚਾਰਾ। ਹਾਂ ਆਹੀ ਦਿੰਦੇ ਨੇ, ਕਿਉਂਕਿ ਆਪਣੇ ਨਾ ਉਰੇ ਇੰਟੈਲੀਜੈਂਸ ਨਹੀਂ ਚੈੱਕ ਕੀਤੀ ਜਾਂਦੀ, ਮੈਮਰੀ ਪਾਵਰ ਚੈੱਕ ਕੀਤੀ ਜਾਂਦੀ ਹੈ। ਇੰਟੈਲੀਜੈਂਸ ਤਾਂ ਕੋਈ ਚੈੱਕ ਪੈਰਾਮੀਟਰ ਨਹੀਂ ਹੈਗਾ, ਯਾਦ ਕੌਣ ਛੇਤੀ ਕਰ ਸਕਦਾ ਇਹ ਚੈੱਕ ਕੀਤਾ ਜਾਂਦਾ। ਤੇ ਚਲੋ ਉਹ ਪੜ੍ਹਾਈ ਜ਼ਰੂਰੀ ਆ ਆਪਣੇ ਜਿਹੜਾ ਆਪਣੀ ਪ੍ਰੋਫੈਸ਼ਨਲ ਲਾਈਫ ਲਈ, ਜਿੱਦਾਂ ਫਿਜ਼ਿਕਸ, ਕੈਮਿਸਟਰੀ, ਆਪਣੇ ਜਿਹੜੇ ਹੋਰ ਸਬਜੈਕਟਸ ਨੇ, ਸੋਸ਼ਲ ਸਾਇੰਸ, ਜਿਓਗ੍ਰਾਫੀ, ਸਿਵਿਕਸ, ਹਿਸਟਰੀ, ਇਹ ਆਪਣੇ ਜ਼ਰੂਰੀ ਨੇ। ਪਰ ਜਿਹੜਾ ਇੰਟੈਲੈਕਚੁਅਲ ਗਰੋਥ ਕਰਨੀ ਹੈ ਬੰਦੇ ਦੀ, ਉਹ ਉਹਨੇ ਦੂਜੀਆਂ ਕਿਤਾਬਾਂ ਨਾਲ ਹੀ ਕਰਨੀ ਹੈ। ਉਹਨੂੰ ਵਿਸ਼ਾ ਪੜ੍ਹਨਾ ਪੈਣਾ ਹੈ, ਹਿਸਟਰੀ ਜਿਹੜਾ ਆਪਣਾ ਇਤਿਹਾਸ ਪੜ੍ਹਨਾ ਪੈਣਾ ਹੈ ਨਾ, ਆਈਡੀਓਲੋਜੀਜ਼ ਕੀ ਸੀਗੀਆਂ ਉਹ ਸਾਰਾ ਪੜ੍ਹਨਾ ਪੈਣਾ ਹੈ। ਪਰ ਉਹਦੇ ਲਈ ਇੰਟਰਸਟ ਜ਼ਰੂਰੀ ਹੈ ਨਾ, ਇੰਟਰਸਟ ਜ਼ਰੂਰੀ ਹੈ। ਨੌਜਵਾਨ ਦਾ ਇੰਟਰਸਟ ਕਿਉਂ ਨਹੀਂ ਬਿਲਡ ਹੋ ਰਿਹਾ? ਕਿਉਂਕਿ ਸਰਕਮਸਟੈਂਸ ਚੇਂਜ ਹੋ ਗਏ, ਆਜ਼ਾਦੀ ਉਦੋਂ ਲੈਣੀ ਸੀ, ਆਜ਼ਾਦੀ ਮਿਲ ਗਈ, ਪਰ ਅੱਜ ਬੇਸ਼ੱਕ ਅਸੀਂ ਆਜ਼ਾਦ ਹਾਂ, ਪਰ ਅਸੀਂ ਉਹ ਜਿਹੀਆਂ ਕਿਤਾਬਾਂ ਦਾ ਪੜ੍ਹ ਸਕਦੇ ਹਾਂ, ਅਸੀਂ ਉਸ ਤਰੀਕੇ ਦੇ ਸਰਕਮਸਟੈਂਸ ਸਾਡੇ ਹਜੇ ਵੀ ਹੈਗੇ ਨੇ ਕਿ ਅਸੀਂ ਪੂਰਨ ਰੂਪ 'ਚ ਜਿਹੜੀ ਚੀਜ਼ ਦੀ ਮੰਗ ਕਰਦੇ ਸੀ ਉਹ ਨਹੀਂ ਮਿਲੀ। ਹਾਂ ਇਹ ਹੁਣ ਐ ਦੇਖੋ ਪੜ੍ਹਦੇ ਕਿਉਂ ਨਹੀਂ ਹੈਗੇ, ਇਹਦਾ ਜਵਾਬ ਲੱਭਣਾ ਤਾਂ ਬਹੁਤ ਔਖਾ। ਫਿਰ ਕੀ ਲੱਗਦਾ ਮੈਨੂੰ ਲੱਗਦਾ ਹੈ ਵੀ ਤੁਸੀਂ ਆਪਦੇ ਆਪ ਤੁਹਾਡਾ ਪਰਿਵਰਤਨ ਆ 2-3 ਸਾਲ ਪਹਿਲਾਂ ਹੋਇਆ, 2-3 ਸਾਲ ਬਿਲਕੁਲ, ਕਿਉਂਕਿ ਡਾਕਟਰੀ ਕੀਤੀ ਹੈ, ਡਾਕਟਰੀ ਦੇ ਦੌਰਾਨ ਔਖਾ ਹੋ ਜਾਂਦਾ ਬਿਲਕੁਲ। ਕਿਉਂਕਿ ਮੈਂ ਤੁਹਾਨੂੰ ਦੱਸਦਾ ਵੀ ਜਿਹੜੇ +2 ਤੱਕ ਸਾਡੀ ਪੜ੍ਹਾਈ ਹੈ ਨਾ, ਇਹ ਕਿਤੇ ਨਾ ਕਿਤੇ ਐਜੂਕੇਸ਼ਨ ਸਿਸਟਮ 'ਚ ਕਮੀ ਹੈ, ਕਿਉਂਕਿ ਉਹਨਾਂ ਨੂੰ ਉੱਥੇ ਸਮਾਂ ਨਹੀਂ ਦਿੱਤਾ ਜਾਂਦਾ ਉਸ, ਕਿਉਂਕਿ ਜਿਹੜਾ ਸਬਜੈਕਟਸ ਨੇ ਉਹਦਾ ਬੋਝ ਇੰਨਾ ਬੱਚਿਆਂ ਤੇ, ਠੀਕ ਹੈ ਨਾ, ਨੰਬਰਾਂ ਦੀ ਦੌੜ ਇੰਨੀ ਲੱਗੀ ਹੋਈ ਆ, ਉਸ ਤੋਂ ਬਾਅਦ ਆਪਣੀ ਆਬਾਦੀ ਕੰਪੀਟੀਸ਼ਨ ਬਹੁਤ ਜ਼ਿਆਦਾ, ਬੱਚੇ ਪੜ੍ਹਨ ਤਾਂ ਪੜ੍ਹਨ ਕਿੱਦਾਂ। ਇਹਨਾਂ ਨੂੰ ਕਰਨਾ ਚਾਹੀਦਾ ਹੈ ਵੀ ਘੱਟੋ ਘੱਟ ਜੋ ਮੈਂ ਸੋਚਦਾ, ਇਹ ਨਹੀਂ ਮੈਂ ਕਹਿ ਰਿਹਾ ਵੀ ਜੋ ਮੈਂ ਕਹਿ ਰਿਹਾ ਠੀਕ ਹੀ ਕਹਿ ਰਿਹਾ, ਮੈਂ ਉਰੇ ਓਪੀਨੀਅਨ ਵਾਲੀ ਗੱਲ ਹੋ ਗਈ, ਮੈਂ ਆਪਣਾ ਓਪੀਨੀਅਨ ਦੱਸ ਰਿਹਾ ਵੀ ਇਹ ਚਾਹੀਦਾ ਵੀ ਇੱਕ ਪੀਰੀਅਡ ਜਾਂ ਦਿਨ ਦਾ ਅੱਧਾ ਘੰਟਾ ਬੱਚਿਆਂ ਨੂੰ ਕਿਤਾਬਾਂ ਪਹਿਲਾਂ ਭਾਵੇਂ ਕਹਾਣੀ ਵਾਲੀਆਂ ਸ਼ੁਰੂ ਕੀਤੀਆਂ ਜਾਵੇ। ਤੁਸੀਂ ਸਿੱਧਾ ਆਈਡੀਓਲੋਜੀ ਵਾਲੀ ਕਿਤਾਬ, ਤੁਸੀਂ ਸਿੱਧਾ ਕਾਰਲ ਮਾਰਕਸ ਰੱਖ ਦੋਗੇ ਤਾਂ ਉਹ ਨਹੀਂ ਪੜ੍ਹੇਗਾ। ਨਾਲੇ ਕਾਰਲ ਮਾਰਕਸ ਨੂੰ ਮੈਂ ਨਹੀਂ ਕਹਿ ਰਿਹਾ ਵੀ ਕਾਰਲ ਮਾਰਕਸ ਨੂੰ ਪ੍ਰਮੋਟ ਕਰਨਾ, ਮੈਂ ਵੈਸੇ ਭਗਤ ਸਿੰਘ ਪੜ੍ਹਦਾ ਸੀਗਾ ਤਾਂ ਮੈਂ ਕਿਤਾਬ ਦੀ ਗੱਲ ਕਰ ਰਿਹਾ। ਵੈਸੇ ਇਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ, ਬੋਝ ਇਸ ਕਰਕੇ ਬਣ ਗਿਆ ਬੱਚਿਆਂ ਉੱਤੇ ਕਿਤਾਬਾਂ ਦਾ, ਪੜ੍ਹਾਈ ਦਾ, ਕਿ ਜਿਹੜੀ ਟੀਚਰ ਦੀ ਸੈਲਰੀ ਆ, ਟੀਚਰ ਦੀ ਜੌਬ ਆ ਨਾ, ਉਹ ਸਾਰੇ ਕਲਾਸ 'ਚ ਬੱਚੇ ਪਾਸ ਹੋਣ ਤੇ ਡਿਪੈਂਡ ਕਰਦੀ ਹੈ। ਬਿਲਕੁਲ ਸਹੀ ਗੱਲ ਹੈ ਜੀ। ਉਹ ਪ੍ਰੈਸ਼ਰ ਇੱਕ ਪੂਰਾ ਸਰਕਲ ਦੇ ਰੂਪ 'ਚ ਚੱਲਦਾ ਆ, ਜਿਹਦੇ ਕਰਕੇ ਸ਼ਾਇਦ, ਪਰ ਜਿਹੜੀ ਗੱਲ ਆਪਾਂ ਕਰ ਰਹੇ ਸੀ ਕਿ ਭਗਤ ਸਿੰਘ ਆਖਰੀ ਸਮੇਂ ਤੱਕ ਕਿਤਾਬ ਪੜ੍ਹਦਾ। ਬਿਲਕੁਲ ਜੀ ਬਿਲਕੁਲ। ਐਂਡ 'ਚ ਤੁਸੀਂ ਦੇਖ ਜਿੰਨਾ ਲਓ ਕੁ ਸ਼ਾਇਦ ਸਤਨਾਮ ਜੀ ਹੈ, ਉਹ ਕਿਹਾ ਗਿਆ ਕਿ ਕ੍ਰਾਂਤੀਕਾਰੀ ਦੀ ਕ੍ਰਾਂਤੀ ਕਰਨਾ ਮੁਲਾਕਾਤ, ਉਹ ਐਂਡ 'ਚ ਜਦੋਂ ਜਿੱਦਣ ਉਹਨਾਂ ਦਾ ਵਕੀਲ ਆਖਰੀ ਵਾਰ ਉਹਨੂੰ ਮਿਲਣ ਆਇਆ ਤੇ ਉਹ ਕਹਿੰਦਾ ਸੀਗਾ, ਉਹਨੇ ਕਿਹਾ ਵੀ ਮੇਰੀ ਕਿਤਾਬ ਲੈ ਕੇ ਆਓ। ਲੈਨਿਨ ਦੀ ਕਿਤਾਬ ਸੀਗੀ ਆਖਰੀ ਜਿਹੜੀ ਡਾਕੂਮੈਂਟਡ ਵੀ, ਜਿਹੜੀ ਉਹ ਪੜ੍ਹ ਰਿਹਾ ਸੀਗਾ। ਲੈਨਿਨ ਉਹਨੇ ਪੂਰਾ ਪੜ੍ਹਿਆ ਨਹੀਂ ਸੀ, ਉਹ ਵੀ ਇੱਕ ਮਤਲਬ ਕਿ ਕਮਿਊਨਿਸਟ ਹੀ ਸੀਗਾ, ਤੇ ਉਹਦੀ ਕਿਤਾਬ ਪੜ੍ਹ ਰਿਹਾ ਸੀਗਾ ਉਹ। ਤੇ ਆਖਰ 'ਚ ਉਹਨਾਂ ਨੇ ਇਹ ਵੀ ਪੁੱਛਿਆ ਵੀ ਜਾਂਦੀ ਵਾਰੀ ਕੋਈ ਵਤਨ ਨੂੰ ਸੰਦੇਸ਼, ਉਹਨੇ ਕਿਹਾ ਬਸ ਵੀ ਇਨਕਲਾਬ ਜ਼ਿੰਦਾਬਾਦ, ਸਾਮਰਾਜਯਵਾਦ ਮੁਰਦਾਬਾਦ, 2 ਗੱਲਾਂ ਕਹੀਆਂ। ਤੇ ਜਦੋਂ ਉਹਨੂੰ ਫਾਂਸੀ ਲਈ ਲੈ ਕੇ ਜਾਣਾ ਸੀਗਾ, ਉਹ ਕਿਤਾਬ ਦਾ ਪੰਨਾ ਵੀ ਮੋੜ ਕੇ ਛੱਡ ਗਿਆ ਸੀ। ਮੈਨੂੰ ਐ ਉਮੀਦ ਸੀ ਵੀ ਸ਼ਾਇਦ ਇਹ ਕਿਤਾਬ ਚੱਕੂਗਾ ਤੇ ਦੱਸੂਗਾ ਵੀ ਭਗਤ ਸਿੰਘ ਉਰੇ ਛੱਡ ਗਿਆ ਸੀਗਾ ਤੇ ਉਹਨੂੰ ਪੜੂਗਾ। ਐਂਡ 'ਚ ਵੀ ਉਹਨੇ ਦੇਖ ਲਓ ਵੀ ਕਿਤਾਬ ਦਾ ਸਾਥ ਉਹਨੂੰ ਮਰਨ ਦਾ, ਚਲੋ ਜਾਣਾ ਹੀ ਹੈ, ਫਾਂਸੀ ਲਈ ਸ਼ਹੀਦੀ ਦਾ ਪਾਉਣੀ ਹੋ ਹੈ। ਉਸ ਟਾਈਮ ਉਹਨੂੰ ਪਤਾ ਸੀਗਾ ਵੀ ਉਹਦੇ ਬਾਅਦ ਤਾਂ ਜ਼ਿੰਦਗੀ ਖਤਮ ਹੈ, ਕਿਉਂਕਿ ਆਪਣਾ ਪੁਨਰ ਜਨਮ 'ਚ ਤਾਂ ਵਿਸ਼ਵਾਸ ਰੱਖਦਾ ਨਹੀਂ ਸੀਗਾ ਉਹ, ਕਿਉਂਕਿ ਨਾਸਤਿਕ ਸੀਗਾ ਵੀ ਹੈ ਨਹੀਂ ਹੈ। ਉਹਨੂੰ ਪਤਾ ਸੀ ਵੀ ਇੱਥੇ ਅਖੀਰ ਹੈ ਮੇਰਾ, ਪਰ ਉਹ ਬੰਦੇ ਨੂੰ ਪਤਾ ਵੀ ਮੇਰਾ ਅਖੀਰ ਆ ਗਿਆ। ਉਸ ਟਾਈਮ ਵੀ ਬੰਦਾ ਪੜ੍ਹ ਰਿਹਾ ਤਾਂ ਉਹਦਾ ਇੰਟੈਲੈਕਚੁਅਲ ਲੈਵਲ ਬੰਦੇ ਦਾ ਕਿੰਨਾ ਹਾਈ ਹੋਊਗਾ, ਕਿੰਨੇ ਆਪਣੇ ਵਿਚਾਰਾਂ ਨਾਲ ਕਲੀਅਰ ਸੀਗਾ ਉਹ, ਆਪਣੀ ਵਿਚਾਰਧਾਰਾ ਨਾਲ ਕਿੰਨਾ ਕਲੀਅਰ ਸੀਗਾ। ਉਹੀ ਅੱਜ ਧੁੰਦਲਾਪਨ ਹੈ ਅੱਜ ਕੱਲ੍ਹ ਦੇ ਯੂਥ 'ਚ, ਸਾਡੇ 'ਚ ਵੀ ਸੀਗਾ, ਮੇਰੇ 'ਚ ਵੀ ਸੀਗਾ। ਮੇਰਾ ਵੀ ਹੁਣ ਕਲੀਅਰ ਨਹੀਂ ਹੋ ਗਿਆ ਵੀ ਸਾਰਾ, ਹਾਲੇ ਤਾਂ ਮੈਂ ਸ਼ੁਰੂ ਕੀਤਾ ਪੜ੍ਹਨਾ, ਮਤਲਬ ਭਗਤ ਸਿੰਘ ਨੂੰ ਪੜ੍ਹਿਆ। ਪਰ ਭਗਤ ਸਿੰਘ ਦਾ ਮੇਰੀ ਜ਼ਿੰਦਗੀ 'ਤੇ ਇਹ ਪ੍ਰਭਾਵ ਹੈ ਕਿ ਭਗਤ ਸਿੰਘ ਕਰਕੇ ਮੈਂ ਕਿਤਾਬਾਂ ਪੜ੍ਹਨ ਲੱਗ ਗਿਆ। ਜਦੋਂ ਦੀ ਲਾਈਫ ਨੂੰ ਮੈਂ ਪੜ੍ਹਿਆ ਤੇ ਜਦੋਂ ਮੈਂ ਕਿਤਾਬਾਂ ਪੜ੍ਹਨ ਲੱਗ ਗਿਆ ਤਾਂ ਮੇਰੇ ਬਹੁਤ ਜਿੰਨੇ ਮਨ 'ਚ ਸਵਾਲ ਨੇ ਉਹ ਕਲੀਅਰ ਹੋਣ ਲੱਗ ਗਏ। ਮਤਲਬ ਕਿ ਮੇਨ ਸੰਦੇਸ਼ ਐਂਡ 'ਚੋਂ ਇਹ ਨਿਕਲਦਾ ਵੀ ਬੰਦਾ ਕੁਛ ਵੀ ਕਰੇ, ਆਪਣੇ ਆਪ ਨੂੰ ਇੱਕ ਤਾਂ ਝੂਠ ਨਾ ਬੋਲੇ, ਵੀ ਕਿਸੇ ਨੂੰ ਝੂਠ ਬੋਲੇ ਦੁਨੀਆ 'ਚ।
ਦੂਜਾ ਆਪਣੇ ਆਪ ਨੂੰ ਸਵਾਲ ਪੁੱਛਣੇ ਬੰਦ ਸਵਾਲ ਕਰ ਦੇਵੇ। ਕਿਸੇ ਨੂੰ ਸਵਾਲ ਨਾ ਕਰੇ, ਕਿਉਂਕਿ ਦੂਜੇ ਨੂੰ ਸਵਾਲ ਕਰਨਾ ਬਹੁਤ ਸੌਖਾ। ਆਪਣੇ ਆਪ ਨੂੰ ਜਦ ਤੱਕ ਸਵਾਲ ਨਹੀਂ ਕਰੂਗਾ ਤਾਂ ਉਹਦੇ ਜਵਾਬ ਨਹੀਂ ਲੱਭੂਗਾ। ਜੇ ਆਪਣੇ ਆਪ ਨੂੰ ਸਵਾਲ ਕਰੂਗਾ ਉਹਦੇ ਜਵਾਬ ਲੱਭੂਗਾ, ਉਹਦਾ ਇੰਟੈਲੈਕਚੁਅਲ ਲੈਵਲ ਆਪਣੇ ਆਪ ਹਾਈ ਚਲਾ ਜਾਊਗਾ। ਜੇ ਆਪਣਾ ਹੁਣ ਸਕੂਲੀ ਸਿੱਖਿਆ 'ਚ ਆਪਾਂ ਨੂੰ ਇਹ ਟਾਈਮ ਨਹੀਂ ਲੱਭ ਰਿਹਾ, ਭਾਵੇਂ ਸਕੂਲ ਦੀ ਸਿਸਟਮ ਦੀ ਲਾ ਲਓ, ਟੀਚਰਾਂ ਨਾਲ ਹੁੰਦੇ ਧੱਕੇ ਕਰਕੇ ਲਾ ਲਓ, ਇਹ ਬੱਚਿਆਂ ਨੂੰ ਕਿਤੇ ਨਾ ਕਿਤੇ ਥੋੜ੍ਹਾ ਟਾਈਮ ਆਪਣੇ ਲਈ ਕੱਢਣਾ ਪਊਗਾ। ਥੋੜ੍ਹਾ ਟਾਈਮ, ਦਿਨ ਦਾ ਅੱਧਾ ਘੰਟਾ 15 ਮਿੰਟ ਸ਼ੁਰੂ ਕਰਨ ਕਿਤਾਬਾਂ ਪੜ੍ਹਨੀਆਂ। ਇਹ ਨਹੀਂ ਵੀ ਸ਼ੁਰੂ ਤੁਸੀਂ ਬਹੁਤ ਵੱਡੀ ਕਿਤਾਬ ਚੱਕਣੀ ਹੈ, ਵੀ ਸਿਰਫ ਨੌਲੇਜ ਵਾਲੀ ਕਿਤਾਬ ਚੱਕਣੀ ਹੈ। ਸ਼ੁਰੂ ਕਰੋ, ਕੋਈ ਨੋਵਲ ਪਸੰਦ ਹੈ ਤੁਹਾਨੂੰ, ਪਹਿਲਾਂ ਰੀਡਿੰਗ ਦਾ ਚਸਕਾ ਪਾਓ, ਪੜ੍ਹਨ ਦਾ ਚਸਕਾ ਪਾਓ, ਕਿਤਾਬਾਂ ਨਾਲ ਪ੍ਰੇਮ ਪਾਓ। ਕੋਈ ਨੋਵਲ ਪਸੰਦ ਹੈ, ਕੋਈ ਤੁਹਾਨੂੰ ਕਹਾਣੀ ਪਸੰਦ ਹੈ, ਸ਼ਾਰਟ ਸਟੋਰੀ ਪਸੰਦ ਹੈ, ਉਹ ਪੜ੍ਹਨੀ ਆਪਾਂ ਸ਼ੁਰੂ ਕਰੀਏ। ਹੌਲੀ ਹੌਲੀ ਫਿਰ ਉਹਨਾਂ ਕਿਤਾਬਾਂ ਵੱਲ ਵਧੀਆ ਜਿਨ੍ਹਾਂ 'ਚ ਗਿਆਨ ਹੈ, ਕਿਉਂਕਿ ਇਹਨਾਂ ਦੀ ਐਂਡ ਗੱਲ ਉਹੀ ਹੈ ਵੀ ਸਰੀਰ ਮਾਰਿਆ ਜਾ ਸਕਦਾ, ਵਿਚਾਰ ਨਹੀਂ ਮਾਰੇ ਜਾ ਸਕਦੇ, ਤੇ ਵਿਚਾਰਾਂ 'ਤੇ ਹੀ ਸਾਰੀ ਦੁਨੀਆ ਖੜੀ ਹੈ ਹੁਣ। ਪਰ ਇਸ ਟਾਈਮ ਕੀ ਹੋ ਰਿਹਾ, ਸਰੀਰ ਤਾਂ ਮਰ ਰਹੇ ਆ, ਨਾਲ ਵਿਚਾਰ ਵੀ ਮਰ ਰਹੇ ਆ। ਬਿਲਕੁਲ, ਇਹ ਚੀਜ਼ਾਂ ਆ ਕਿ ਸਰੀਰ ਮਰ ਸਕਦਾ ਆ, ਵਿਚਾਰ ਨਹੀਂ ਮਰ ਸਕਦੇ, ਕਿਉਂਕਿ ਵਿਚਾਰ ਇਸ ਫਿਜ਼ਾ ਦੇ ਵਿੱਚ ਨੇ, ਇਸ ਖੁੱਲ੍ਹੀ ਆਬੋ ਹਵਾ ਦੇ ਵਿੱਚ ਨੇ। ਪਰ ਲੋੜ ਹੈ ਉਹਨਾਂ ਵਿਚਾਰਾਂ ਨੂੰ ਧਾਰਨ ਕਰਨ ਦੀ, ਤੇ ਉਹ ਧਾਰਨ ਕਰਨ ਦੇ ਲਈ ਕਿਤੇ ਨਾ ਕਿਤੇ ਸਾਨੂੰ ਕਿਤਾਬਾਂ ਨਾਲ ਦੁਬਾਰਾ ਪਿਆਰ ਪਾਉਣਾ ਪਊਗਾ। ਸੋ ਦੋਸਤੋ, ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਜੇਕਰ ਤੁਹਾਡੇ ਮਨਾਂ 'ਚ ਸਵਾਲ ਨੇ ਤਾਂ ਟਿੱਪਣੀਆਂ ਵੀ ਜ਼ਰੂਰ ਕਰਿਓ। ਟਿੱਪਣੀਆਂ ਦੇ ਜ਼ਰੀਏ ਅਸੀਂ ਉਹ ਸਵਾਲ ਅੱਗੇ ਜਾ ਕੇ ਹੋਰ ਮਾਹਿਰਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸਪਸ਼ਟ ਕਰਨ ਦੀ, ਉਹਨਾਂ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਖਾਸ ਤੌਰ 'ਤੇ ਇਹ ਵੀਡੀਓ ਸ਼ੇਅਰ ਕਰਨੀ ਤਾਂ ਬਣਦੀ ਹੈ ਕਿਉਂਕਿ ਹੋ ਸਕਦਾ ਇਹਦੇ ਨਾਲ ਕੋਈ ਹੋਰ ਨੌਜਵਾਨ ਆਪਣੀ ਜ਼ਿੰਦਗੀ ਬਦਲ ਸਕੇ, ਕਿਤਾਬਾਂ ਨਾਲ ਜੁੜ ਸਕੇ ਤੇ ਸਹੀ ਦਿਸ਼ਾ ਦੇ ਵਿੱਚ ਅੱਗੇ ਜਾ ਸਕੇ।